गुरु जी ने साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, आपां सारे सत संगत के रूप दे विच एक परिवार के रूप में रोज़ जुड़ बैठते हैं सतगुरां की हजूरी अंसर। जो सतगुरु आपां नूं उपदेश दिंदे, सानूं सोझी दिंदे, साडे जीवन की जाच सिखाउंदे, सतगुरां की किरपा द्वारा ये आपां विचार करते, सानूं समझाउंदे भी इधर संसार दे विच जदों असीं आउंदे सब तो पहिलां इधर आउण सार ही साडे मन नूं जिहड़ा मोह है वो मोह लगदा है। मारे कहंदे मूल मोह करते जगत पाया। बई इधर जिहड़ा सब तो पहला साडे मन नूं आउण सारी जिहड़ा मोह है वो मोह लग जाता। हुण ये मोह है जिहड़ा माया दा, माया दे नाल ज्यों-ज्यों साडा मोह पैंदा जांदा है, परमात्मा नूं असीं भुलदे जांदे ते माया नूं असीं दृढ़ करदे जांदे हां ते इहदे नाल असीं प्यार पाई जांदे। हुण साडा जिहड़ा मन है ये माया दे मोह दे विच सुत्ता पिया, माया नाल प्यार पा के ये माया दे प्यार दे विच सौ गए। महाराज फरमाउंदे मनमुख सूत माया मोह प्यार। साडा जिहड़ा मन सी इधर आके जदों ये मनमुख हो गए ते माया दे मोह दे विच, माया दे प्यार दे विच सौ गए। हुण ज्यों-ज्यों
ਇਹ ਮਾਇਆ ਦੇ ਨਾਲ ਅਸੀਂ ਪਿਆਰ ਕਰਦੇ ਹਾਂ ਅਤੇ ਉਹਦੇ ਸਾਡੇ ਜਿਹੜੇ ਦੁੱਖ ਨੇ, ਸਾਡੇ ਮਨ ਦੇ ਜਿਹੜੇ ਰੋਗ ਨੇ, ਇਹ ਹੋਰ ਵੱਧਦੇ ਜਾਂਦੇ ਆ ਕਿਉਂਕਿ ਅਸੀਂ ਦਾਰੂ ਲੈਂਦੇ ਨਹੀਂ। ਜਦੋਂ ਦਾਰੂ ਨਹੀਂ ਲਵਾਂਗੇ ਰੋਗ ਹੋਰ ਪੁਰਾਣੇ ਹੁੰਦੇ ਜਾਣੇ ਅਤੇ ਹੋਰ ਵੱਧਦੇ ਜਾਣੇ। ਜਿਵੇਂ ਹੁਣ ਆਪਣੇ ਸਰੀਰ ਨੂੰ ਰੋਗ ਲੱਗ ਜਾਵੇ, ਆਪਾਂ ਸਮੇਂ ਸਿਰ ਦਵਾਈ ਨਾ ਲਈਏ ਜਾਂ ਅਸੀਂ ਧਿਆਨ ਨਾ ਦਈਏ, ਗੌਰ ਨਾ ਕਰੀਏ ਅਤੇ ਉਹ ਰੋਗ ਵੱਧ ਜਾਂਦਾ। ਕਈ ਵਾਰ ਇੰਨਾ ਰੋਗ ਵੱਧ ਜਾਂਦਾ ਹੈ ਵੀ ਉਹ ਡਾਕਟਰ ਕਹਿੰਦੇ ਵੀ ਹੁਣ ਇਹਦਾ ਇਲਾਜ ਹੀ ਨਹੀਂ ਹੋ ਸਕਦਾ। ਜੇ ਤਾਂ ਪਹਿਲਾਂ ਆਉਂਦੇ, ਸਮੇਂ ਸਿਰ ਦਵਾਈ ਲੈ ਲੈਂਦੇ ਅਤੇ ਰੋਗ ਹੋ ਸਕਦਾ ਸੀ ਵੀ ਠੀਕ ਹੋ ਜਾਂਦੇ। ਔਰ ਇਸੇ ਤਰ੍ਹਾਂ ਹੀ ਇਹ ਸਾਡੇ ਮਨ ਦੇ ਰੋਗ ਨੇ, ਜਿਹੜੇ ਹੁਣ ਇਹ ਮਨ ਦੇ ਰੋਗ, ਇਹਨਾਂ ਰੋਗਾਂ ਦਾ ਦਾਰੂ ਸਾਨੂੰ ਸੰਸਾਰ ਦੇ ਵਿੱਚੋਂ ਕਿਤੋਂ ਮਿਲਦਾ ਨਹੀਂ। ਇਹ ਜਿਹੜੀ ਮੋਹ ਦੀ ਫਾਹੀ ਸਾਡੇ ਮਨਾਂ ਦੇ ਗਲਾਂ ਦੇ ਵਿੱਚ ਪਈ ਹੈ, ਇਹਨੂੰ ਗੁਰਬਾਣੀ 'ਚ ਸਿਲਕ ਕਹਿੰਦੇ। ਇਹ ਗਾਂ ਦੀ ਗਾਂ ਤੰਦੀ ਵੱਧਦੀ ਜਾਂਦੀ ਅਤੇ ਉਹਦੇ ਅਸੀਂ ਹੋਰ ਦੁਖੀ ਹੋਈ ਜਾਂਦੇ, ਉਹ ਸਿਲਕ ਹੋਰ ਸਾਡਾ ਗਲਾ ਟੈਟ ਹੁੰਦਾ ਜਾਂਦਾ। ਮਾਰੇ ਕਹਿੰਦੇ ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤਰੀਖਣ ਮੋਹ ਕੀ ਫਾਸ। ਬਈ ਇਹ ਮੋਹ ਦੀ ਜਿਹੜੀ ਫਾਹੀ ਮਾਰੇ ਕਹਿੰਦੇ ਬੜੀ ਤਿੱਖੀ ਗਲਾਂ ਵਿੱਚ ਪਈ ਹੋਈ ਅਤੇ ਉਹ ਅਸੀਂ ਦੁਖੀ ਹੋ ਰਹੇ। ਔਰ ਸਤਿਗੁਰੂ ਕਹਿੰਦੇ ਬਈ ਤੁਸੀਂ ਇਹ ਮੋਹ ਦੀ ਫਾਹੀ ਨੂੰ ਕੱਟ ਦਿਓ, ਉਹਨੂੰ ਛੱਡ ਦਿਓ। ਅਰੇ ਮੋਹ ਜਿਹੜਾ ਮਿੱਠਾ ਲੱਗਦਾ ਮਨ, ਇਹ ਛੱਡਣਾ ਵੀ ਨਹੀਂ ਚਾਹੁੰਦਾ, ਦੁਖੀ ਵੀ ਹੋਈ ਜਾਂਦਾ ਹੈ ਅਤੇ ਛੱਡਦਾ ਵੀ ਨਹੀਂ। ਮਾਰੇ ਜਿਵੇਂ ਮਿਸਾਲ ਦਿੰਦੇ ਵੀ ਮਰਕਟ ਦੀ, ਬਾਂਦਰ ਦੀ, ਵੀ ਜਦੋਂ ਉਹਨੂੰ ਸ਼ਿਕਾਰੀ ਨੇ ਫੜਨਾ ਹੈ, ਇੱਕ ਗੁੱਜੀ ਲੈ ਲੈਂਦਾ ਤੰਗ ਮੂੰਹ ਵਾਲੀ, ਅਤੇ ਕੁਝ ਖੇਲਾਂ ਉਹਦੀ ਮਨ ਭਾਉਂਦੀ ਖੁਰਾਕ ਉਹਦੇ ਵਿੱਚ ਪਾ ਕੇ ਉਹਨੂੰ ਮਿੱਟੀ 'ਚ ਦੱਬ ਦਿੰਦਾ ਅਤੇ ਕੁਝ ਆਸੇ ਪਾਸੇ ਖਿਲਾਰ ਦਿੰਦਾ। ਉਹਨੂੰ ਜਦੋਂ ਬਾਂਦਰ ਆਉਂਦੇ ਅਤੇ ਉਹ ਇੱਕ ਦੇਖਦਾ ਹੈ ਵੀ ਗੁੱਜੀ ਦੇ ਵਿੱਚ ਖੇਲਾਂ ਨੇ, ਉਹ ਵਿੱਚ ਹੱਥ ਪਾ ਲੈਂਦਾ। ਜਦੋਂ ਹੱਥ ਪਾਉਂਦਾ ਮੁੱਠੀ ਭਰ ਲੈਂਦਾ ਅਤੇ ਉਹ ਮੂੰਹ ਤੰਗ ਹੈ ਉਹਦਾ, ਹੁਣ ਨਿਕਲਦਾ ਨਹੀਂ। ਚੀਕਾਂ ਵੀ ਮਾਰੀ ਜਾਂਦਾ, ਰੌਲਾ ਬਹੁਤ ਪਾਉਂਦਾ ਹੈ, ਪਰ ਲਾਲਚ 'ਚ ਪਿਆ ਹੋਇਆ ਉਹ ਮੁੱਠੀ ਵੀ ਨਹੀਂ ਖੋਲ੍ਹਦਾ। ਨਿਕਲ ਸਕਦਾ ਜਿਵੇਂ ਉਹਨੇ ਹੱਥ ਪਾਏ, ਜਾਂ ਤਾਂ ਮੁੱਠੀ ਖੋਲ੍ਹ ਦੇਵੇ ਅਤੇ ਉਹ ਨਿਕਲਿਆ। ਪਰ ਹੁਣ ਉਹ ਲਾਲਚ 'ਚ ਪਿਆ ਹੋਇਆ, ਉਹਨੂੰ ਵੀ ਨਹੀਂ ਛੱਡਣਾ ਚਾਹੁੰਦਾ ਅਤੇ ਚੀਕਾਂ ਵੀ ਮਾਰਦਾ। ਅਤੇ ਇਹਨਾਂ ਨੂੰ ਸ਼ਿਕਾਰੀ ਜਿਹੜਾ ਉਹ ਸਮਝ ਜਾਂਦਾ ਵੀ ਫਸ ਗਿਆ, ਹੁਣ ਨਹੀਂ ਨਿਕਲੇ। ਫਿਰ ਇੱਕ ਮੁੱਠੀ ਖੇਲਾਂ ਦੇ ਬਦਲੇ ਉਹਨੂੰ ਘਰ ਘਰ ਨਚਾਉਂਦਾ। ਹੁਣ ਉਹੀ ਹਾਲਤ ਹੀ ਸਾਡੇ ਮਨ ਦੀ, ਇਹ ਮੋਹ ਦੇ ਵਿੱਚ ਪਿਆ ਹੋਇਆ, ਨਾਲ ਲੋਭੀ ਵੀ ਹੋਇਆ ਹੋਇਆ, ਚੀਕਾਂ ਵੀ ਮਾਰੀ ਜਾਂਦਾ ਵੀ ਬੜਾ ਦੁੱਖ, ਬੜਾ ਪਰਿਵਾਰ ਦੇ ਵਿੱਚ ਕਲਾ ਕਲੇਸ਼, ਬੜੇ ਦੁਖੀ ਹਾਂ ਜੀ। ਅਤੇ ਸਤਿਗੁਰੂ ਕਹਿੰਦੇ ਵੀ ਇਹ ਤੁਸੀਂ ਮੁੱਠੀ ਖੋਲ੍ਹ ਦਿਓ, ਇਹ ਮੋਹ ਛੱਡ ਦਿਓ, ਪਰ ਇਹ ਛੱਡਣਾ ਵੀ ਨਹੀਂ ਚਾਹੁੰਦਾ। ਅਤੇ ਸ਼ਿਕਾਰੀ ਜਿਹੜਾ ਕਾਲ, ਉਹ ਸਮਝ ਜਾਂਦਾ ਵੀ ਹੁਣ
ਇਹ ਨਿਕਲ ਨਹੀਂ ਸਕੇਗਾ। ਇੰਨੇ ਨੂੰ ਸਾਡਾ ਸਮਾਂ ਖਤਮ ਹੋ ਜਾਂਦਾ ਹੈ ਅਤੇ ਫਿਰ ਇਹ ਕਾਲ ਮਦਾਰੀ ਦੀ ਤਰ੍ਹਾਂ ਸਾਡੇ ਮਨ ਨੂੰ ਇਹ ਕਰ ਨਚਾਉਂਦਾ ਜੂਨਾਂ ਦੇ ਵਿੱਚ। ਮਹਾਰਾਜ ਇਸ ਵਾਸਤੇ ਸਾਨੂੰ ਫਰਮਾਉਂਦੇ, ਮਰਕਟ ਮੌਸ਼ਟੀ ਨਾਜ ਕੀ ਮਨ ਬੌਰਾ ਰੇ, ਲੀਨੇ ਹਾਥ ਪਸਾਰ, ਛੂਟਨ ਕੋ ਸੰਸਾ ਭਰਿਓ, ਮਨ ਬੌਰਾ ਰੇ ਨਾਚਿਓ ਘਰ ਘਰ ਵਾਰ। ਹੁਣ ਇਹਨੂੰ ਕਹਿੰਦੇ ਵੀ ਇਹ ਭਰਮ ਦੇ ਵਿੱਚ ਪਿਆ, ਮੋਹ ਦੇ ਵਿੱਚ ਪਿਆ ਹੋਇਆ, ਦੁਖੀ ਵੀ ਹੋਈ ਜਾਂਦਾ ਹੈ, ਅਗਨ ਇਹਨੂੰ ਸਾੜਦੀ ਵੀ ਹੈ ਅਤੇ ਇਹਨੂੰ ਛੱਡਣਾ ਵੀ ਨਹੀਂ ਚਾਹੁੰਦਾ। ਤਾਂਹੀਓ ਫਿਰ ਮਨ ਨੂੰ ਇੱਥੇ ਭੇਜਣ ਤੋਂ ਪਹਿਲਾਂ ਸਾਨੂੰ ਟ੍ਰੇਨਿੰਗ ਜਿਹੜੀ ਉਹ ਅਗਨ ਦੇ ਵਿੱਚ ਦਿੱਤੀ ਜਾਂਦੀ, ਮਾਂ ਦੇ ਗਰਭ ਦੇ ਵਿੱਚ। ਅਤੇ ਮਨ ਨੂੰ ਸਮਝਾਉਂਦੇ ਵੀ ਜਿੱਦਾਂ ਦੀ ਇਹ ਮਾਤਾ ਦੇ ਗਰਭ ਦੀ ਅਗਨ ਹੈ, ਉੱਦਾਂ ਦੀ ਸੰਸਾਰ ਵਿੱਚ ਬਾਹਰ ਮਾਇਆ ਹੈ, ਜਿਸੇ ਤੈਨੂੰ ਖੇਲਣ ਵਾਸਤੇ ਭੇਜਣ। ਮਹਾਰਾਜ ਕਹਿੰਦੇ ਜੈਸੀ ਅਗਨ ਉਦਰ ਮੇਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਏ। ਹੁਣ ਉਧਰ ਅਗਨ 'ਚੋਂ ਕੱਢ ਕੇ ਸਾਨੂੰ ਇਹ ਮਾਇਆ ਦੇ ਗਰਭ ਦੇ ਵਿੱਚ ਪਾ ਦਿੱਤਾ, ਅਗਨ ਦੇ ਵਿੱਚ। ਹੁਣ ਮਾਂ ਦੇ ਗਰਭ ਵਿੱਚ ਤਾਂ ਅਸੀਂ ਨਾਮ ਦੇ ਨਾਲ ਜੁੜੇ ਹੋਏ ਸੀ, ਸਾਡਾ ਰੱਖਿਆ ਚੱਕਰ ਬਣਿਆ ਹੋਇਆ ਸੀ, ਅਤੇ ਤਾਂ ਕਰਕੇ ਸਾਨੂੰ ਉੱਥੇ ਅੱਗ ਪਾਉਂਦੀ ਨਹੀਂ ਸੀ। ਹੁਣ ਇੱਧਰ ਆਈ, ਨਾਮ ਦੇ ਨਾਲੋਂ ਲਿਵ ਟੁੱਟ ਗਈ ਅਤੇ ਅਗਨ ਸੀ ਜਿਹੜੀ ਇਹ ਮਨ ਨੂੰ ਸਾੜਦੀ ਹੈ। ਹੁਣ ਇਹ ਫਿਰ ਉਹ ਮਾਇਆ ਹੈ ਸੂਖਮ ਵਿਚਾਰਾਂ ਰੂਪੀ ਮਾਇਆ, ਜਿਹਨਾਂ ਨੂੰ ਤ੍ਰੈ ਗੁਣ ਕਹਿੰਦੇ। ਇਹ ਦੋ ਪ੍ਰਕਾਰ ਦੀ ਮਾਇਆ, ਇੱਕ ਦ੍ਰਿਸ਼ਟਮਾਨ, ਇਹ ਸਰੀਰ ਆਕਾਰ, ਅਤੇ ਦੂਸਰੀ ਸੂਖਮ ਮਾਇਆ, ਇਹ ਵਿਚਾਰ ਤ੍ਰੈ ਗੁਣ। ਹੁਣ ਮਨ ਨੇ ਅਗਿਆਨਤਾ ਦੇ ਵਿੱਚ ਇਹ ਮਾਇਆ ਦੇ ਨਾਲ ਮੋਹ ਪਾ ਲਿਆ, ਕਟੰਬ ਸੀ ਜਿਹੜਾ, ਕਟੰਬ ਨਾਲ ਮੋਹ ਪਾ ਲਿਆ। ਹੁਣ ਮਹਾਰਾਜ ਕਹਿੰਦੇ ਵੀ ਇਹ ਅਗਿਆਨਤਾ 'ਚ ਮੋਹ ਪਾਇਆ ਹੋਇਆ ਇਹਨੇ, ਅਤੇ ਫਿਰ ਇਹ ਅੱਗ ਨੂੰ ਸਾੜਦੀ। ਆਈਆਂ ਮਹਾਰਾਜ ਕਹਿੰਦੇ ਅਗਨ ਕਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ। ਬਈ ਮਨ ਭਰਮ ਦੇ ਵਿੱਚ ਪਿਆ ਹੋਇਆ, ਕਟੰਬ ਦੇ ਨਾਲ ਮੋਹ ਪਾਈ ਬੈਠ। ਇਹ ਅਗਨ, ਇਹ ਰਗੇ ਸੰਸਾਰ ਅਗਨ, ਇਹ ਅੱਗ ਦੇ ਨਾਲ ਇਹਨੇ ਮੋਹ ਪਾਇਆ, ਹੁਣ ਪਿਆਰ ਪਾਇਆ। ਹੁਣ ਜਿੰਨਾ ਇਹ ਅੱਗ ਦੇ ਨਾਲ ਪਿਆਰ ਕਰਦਾ, ਇਹ ਅਗਨ ਇਹਨੂੰ ਸਾੜਦੀ, ਇਹ ਦੁਖੀ ਹੁੰਦਾ। ਹੁਣ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਮੋਹ ਹੈ, ਇਹ ਮੋਹ ਦੇ ਵਿੱਚ ਅਸੀਂ ਪਏ ਹੋਏ, ਭਰਮ ਦੇ ਵਿੱਚ ਪਏ ਹੋਏ, ਇਹ ਅਸੀਂ ਛੱਡਦੇ ਨਹੀਂ। ਇਹਨਾਂ ਪੰਜਾਂ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਤਾਕਤਵਰ ਹੈ ਉਹ ਇਹ ਮੋਹ ਹੈ। ਇਹ ਸਭ ਤੋਂ ਪਹਿਲਾਂ ਸਾਨੂੰ ਲੱਗਦਾ ਜਦੋਂ ਅਸੀਂ ਆਉਂਦੇ, ਅਤੇ ਸਭ ਤੋਂ ਬਾਅਦ 'ਚੋਂ ਜਾਂਦਾ, ਬਾਕੀ ਚਲੇ ਜਾਂਦੇ ਪਰ ਇਹ ਨਹੀਂ ਜਾਂਦਾ, ਕਿਉਂਕਿ ਇਹ ਸਾਨੂੰ ਮਿੱਠਾ ਲੱਗਦਾ, ਇਹ ਸਾਨੂੰ ਪਿਆਰਾ ਲੱਗਦਾ, ਇਹਨੂੰ ਅਸੀਂ ਛੱਡਣਾ ਵੀ ਨਹੀਂ ਚਾਹੁੰਦੇ। ਇਸ ਵਾਸਤੇ ਫਿਰ ਜੇ ਤਾਂ ਸਾਡਾ ਮੋਹ ਉਲਟ ਕੇ ਪਰਮਾਤਮਾ ਨਾਲ, ਨਿਰੰਕਾਰ ਨਾਲ ਪੈ ਜੇ, ਵਾਹਿਗੁਰੂ ਨਾਲ ਪੈ ਜੇ, ਫਿਰ ਤਾਂ ਸੌਖੀ ਸੁੱਖ।
ਜੇ ਇਹੋ ਮੋਹ ਮਾਇਆ ਦੇ ਨਾਲ ਪੈ ਜੇ ਤੇ ਫਿਰ ਦੁੱਖ ਹੀ ਦੁੱਖ। ਹੁਣ ਸਾਡਾ ਮੋਹ ਜਿਹੜਾ ਉਹ ਮਾਇਆ ਦੇ ਨਾਲ ਪਿਆ, ਸੰਸਾਰ ਨਾਲ ਪਿਆ, ਇਹਨਾਂ ਸਰੀਰਾਂ ਨਾਲ ਪਿਆ। ਤਾਂਹੀਓ ਜਦੋਂ ਸਾਡੇ ਸਰੀਰ ਨੂੰ ਕੋਈ ਦੁੱਖ ਲੱਗਦਾ ਹੈ, ਥੋੜ੍ਹੀ ਜਿਹੀ ਤਕਲੀਫ ਆਉਂਦੀ, ਅਸੀਂ ਉਦੋਂ ਹੀ ਦੁਖੀ ਹੋ ਜਾਂਦੇ। ਜਾਂ ਜਿਨ੍ਹਾਂ ਦੇ ਨਾਲ ਸਾਡਾ ਮੋਹ ਹੈ, ਉਹਨਾਂ ਨੂੰ ਕੋਈ ਮਾੜੀ ਜਿਹੀ ਤਕਲੀਫ ਹੁੰਦੀ, ਅਸੀਂ ਤਾਂ ਦੁਖੀ ਹੋ ਜਾਂਦੇ ਵੀ ਉਹਨਾਂ ਨੂੰ ਦੁੱਖ ਤਕਲੀਫ ਕਾਹਤੋਂ ਆ ਗਈ। ਉਹ ਕੀ ਹੈ? ਉਹਦਾ ਕਾਰਨ ਹੈ ਮੋਹ। ਬਈ ਮੋਹ ਵੀ ਅਸੀਂ ਇਸ ਸਰੀਰ ਨਾਲ ਪਾਇਆ, ਜਿਹੜਾ ਕਿ ਇਹ ਮਾਇਆ ਨਾਸਵਾਨ। ਹੁਣ ਇਸ ਵਾਸਤੇ ਜੇ ਤਾਂ ਅਸੀਂ ਜਿਹੜਾ ਅੰਦਰ ਵਸਦਾ ਉਹਦੇ ਨਾਲ ਮੋਹ ਪਾਈਏ, ਉਹਦੇ ਨਾਲ ਪਿਆਰ ਪਾਈਏ, ਫਿਰ ਸਾਨੂੰ ਉਹਦੀ ਦੁੱਖ ਤਕਲੀਫਾਂ ਦਾ ਪਤਾ ਲੱਗੇ। ਮਨ ਦੀਆਂ ਦਾ ਵੀ ਮਨ ਨੂੰ ਕਿਹੜੇ ਰੋਗ ਲੱਗੇ ਨੇ, ਕਿਹੜੇ ਦੁੱਖ ਨੇ ਇਹਨੂੰ। ਹੁਣ ਉਹ ਅੰਦਰਲੇ ਦੇ ਨਾਲ ਤਾਂ ਅਸੀਂ ਨਹੀਂ ਪਿਆਰ ਕਰਦੇ, ਇਸ ਸਰੀਰ ਨਾਲ ਕਰਦੇ, ਮਾਇਆ ਦੇ ਨਾਲ। ਤਾਂ ਕਰਕੇ ਇਹਦੇ ਦੁੱਖਾਂ ਦਾ ਸਾਨੂੰ ਪਤਾ ਹੈ ਵੀ ਇਸ ਸਰੀਰ ਨੂੰ ਕੋਈ ਤਕਲੀਫ ਹੁੰਦੀ ਥੋੜ੍ਹੀ ਜਿਹੀ, ਤੇ ਅਸੀਂ ਉਦੋਂ ਹੀ ਮਨ ਜਿਹੜਾ ਉਹ ਦੁਖੀ ਹੋ ਜਾਂਦਾ, ਉਦੋਂ ਹੀ ਪਰੇਸ਼ਾਨ ਹੋ ਜਾਂਦਾ। ਹੁਣ ਮਾਰੇ ਹੀ ਫਿਰ ਦੱਸਦੇ ਵੀ ਇਹਦਾ ਕਾਰਨ ਹੈ ਇਹ ਮੋਹ। ਇਹ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਆਏ, ਇਹ ਪਹਿਲਾਂ ਮੋਹ ਹੀ ਪਿਆਰ ਹੀ ਲੱਗਿਆ ਸਾਨੂੰ, ਪਹਿਲਾਂ ਦੁੱਧ ਦੇ ਨਾਲ, ਫਿਰ ਗਾਂ ਦੀ ਗਾਂ ਆਕਾਰਾਂ ਦੇ ਨਾਲ, ਜਿਹਨੂੰ ਮਾਰੇ ਸਮਝਾਉਂਦੇ ਸਾਨੂੰ ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੀ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਬਈ ਇਹ ਗਾਂ ਦੀ ਗਾਂ ਇਹਦੇ ਮੋਹ ਵੱਧਦਾ ਜਾਂਦਾ। ਪਹਿਲਾਂ ਦੁੱਧ ਨਾਲ ਪਾਇਆ ਮਾਂ ਦੇ, ਫਿਰ ਉਹਨਾਂ ਦੀ ਪਹਿਚਾਣ ਹੋ ਗਈ ਮਾਂ ਪਿਓ ਦੀ ਵੀ ਆਹ ਮੇਰੇ ਮਾਂ ਪਿਓ ਨੇ, ਆਹ ਮੇਰੇ ਭੈਣ ਭਰਾ ਨੇ। ਫਿਰ ਅੱਗੇ ਖੇਡਾਂ ਦੇ ਨਾਲ ਪਿਆਰ ਪਾ ਲਿਆ, ਫਿਰ ਅੱਗੇ ਖਾਣ ਪੀਣ ਦੇ ਨਾਲ ਪਾ ਲਿਆ। ਉਹ ਫਿਰ ਅੱਗੇ ਦੀ ਅੱਗੇ ਇਹ ਮਾਇਆ ਦੇ ਨਾਲ ਜਿਹੜਾ ਪਿਆਰ ਇਹ ਵੱਧਦਾ ਜਾਂਦਾ। ਜਿਉਂ-ਜਿਉਂ ਵੱਧਦਾ ਜਾਂਦਾ ਤੇ ਉਹਦੇ ਸਾਡਾ ਮਨ ਹੋਰ ਦੁਖੀ, ਹੋਰ ਸ਼ਾਂਤ ਹੁੰਦਾ ਜਾਂਦਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਜੇ ਅਸੀਂ ਗੁਰੂ ਦੀ ਮੱਤ ਲਈਏ, ਫਿਰ ਸਾਡਾ ਇਹ ਮਾਇਆ ਦੇ ਨਾਲੋਂ ਮੋਹ ਟੁੱਟਦਾ, ਫਿਰ ਇਹ ਸਾਡੇ ਬੰਧਨ ਟੁੱਟਦੇ। ਦੋ ਤਰੀਕਿਆਂ ਦੇ ਦੁਆਰਾ ਸਾਡੇ ਬੰਧਨ ਟੁੱਟਦੇ। ਜਾਂ ਤਾਂ ਹੁਣ ਅਸੀਂ ਸਿਮਰਨ ਅਭਿਆਸ ਕਰੀਏ, ਗੁਰੂ ਦੀ ਮੱਤ ਲਈਏ, ਤੇ ਸਾਡੇ ਸਤਿਗੁਰੂ ਇਹ ਬੰਧਨ ਤੋੜ ਦਿੰਦੇ, ਬੰਧਨ ਕੱਟ ਦਿੰਦੇ। ਮਹਾਰੇ ਕਹਿੰਦੇ ਸਤਿਗੁਰ ਸਿੱਖ ਕੀ ਬੰਧਨ ਕਾਟੇ, ਵੀ ਸਤਿਗੁਰੂ ਸਿੱਖ ਦੇ ਬੰਧਨ ਕੱਟ ਦਿੰਦੇ, ਬੰਧਨਾਂ ਤੋਂ ਯਾਦ ਕਰ ਦਿੰਦੇ। ਨਹੀਂ ਤਾਂ ਜੀਵ ਦੇ ਬੰਧਨ ਉਦੋਂ ਟੁੱਟਦੇ ਜਦੋਂ ਸਰੀਰ ਕਰਕੇ ਨਕਾਰਾ ਹੋ ਜਾਂਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਬਈ ਜਦੋਂ ਜੀਵ ਸਰੀਰ ਕਰਕੇ ਗਿਆਨ ਇੰਦਰੀ ਕਰਮ ਇੰਦਰੀ ਸਾਥ ਛੱਡ ਜਾਂਦੇ, ਉਹ ਆਪਣੀ ਕਰੇ ਆਪ ਨਹੀਂ ਸੋਚ ਸਕਦਾ, ਮੰਜੇ ਤੇ ਪੈ ਜਾਂਦੇ, ਚੱਲ ਫਿਰ ਨਹੀਂ ਸਕਦਾ। ਤੇ ਉਹ ਜਿਹੜੇ ਪਰਿਵਾਰ ਦੇ ਮੈਂਬਰ ਉਹ ਫਿਰ ਉਹਨੂੰ ਬੋਝ ਮੰਨਦੇ ਵੀ ਜਾਂ ਤਾਂ ਇਹ ਕੰਮ ਕਾਰ ਕਰੇ ਠੀਕ ਹੋਵੇ,
ਤੇ ਨਹੀਂ ਉਹ ਤਕਲੀਫ ਮੰਨਦੇ ਵੀ ਹੁਣ ਕੌਣ ਸਾਂਭੇ। ਤੇ ਉਦੋਂ ਫਿਰ ਜੀਵ ਦੇ ਜਿਹੜੇ ਬੰਧਨ, ਉਹ ਬੰਧਨ ਟੁੱਟ ਸੀ ਵੀ ਜਿਨ੍ਹਾਂ ਦੀ ਖਾਤਰ ਮੈਂ ਸਾਰੀ ਉਮਰ ਕਰਦਾ ਰਿਹਾ ਕਰਮ, ਉਹਨੇ ਮੇਰੀ ਬਾਤ ਨਹੀਂ ਪੁੱਛੀ। ਤੇ ਉਦੋਂ ਜਦੋਂ ਬੰਧਨ ਟੁੱਟਦੇ, ਉਦੋਂ ਗਿਆਨ ਨਹੀਂ ਹੁੰਦਾ, ਸਰੀਰ ਨਕਾਰਾ ਹੋ ਚੁੱਕਿਆ ਹੁੰਦਾ। ਇਹ ਆ ਕੇ ਜਦੋਂ ਸਰੀਰ ਤੰਦਰੁਸਤ ਸੀ, ਉਦੋਂ ਸਤ ਸੰਗਤ ਨਹੀਂ ਕੀਤੀ, ਉਦੋਂ ਸਿਮਰਨ ਨਹੀਂ ਕੀਤਾ, ਉਦੋਂ ਗੁਰੂ ਦੀ ਮੱਤ ਨਹੀਂ ਲਈ। ਤੇ ਹੁਣ ਉਹ ਸਰੀਰ ਹੈ ਜਿਹੜਾ ਸਰੀਰ ਸਾਥ ਨਹੀਂ ਦਿੰਦਾ। ਤੇ ਜਦੋਂ ਬੰਧਨ ਟੁੱਟੇ ਤੇ ਸਰੀਰ ਸਾਥ ਛੱਡ ਚੱਲੇ, ਉਦੋਂ ਜੀਵ ਆਖੇ ਵੀ ਮੈਂ ਹੁਣ ਸਿਮਰਨ ਕਰ ਲਾਂ, ਉਦੋਂ ਸਿਮਰਨ ਨਹੀਂ ਹੁੰਦਾ। ਉਦੋਂ ਆਖੇ ਵੀ ਮੈਂ ਹੁਣ ਗਿਆਨ ਲੈ ਲਾਂ, ਤੇ ਉਹ ਗਿਆਨ ਕਿੱਥੋਂ ਲਵੇ। ਹੁਣ ਸਤ ਸੰਗਤ ਨਹੀਂ ਕਰ ਸਕਦਾ, ਕਿਉਂਕਿ ਉਹ ਤਾਂ ਆਪਦੀ ਕਿਰਿਆ ਨਹੀਂ ਸੋਚ ਸਕਦਾ। ਫਿਰ ਐਸੀ ਅਵਸਥਾ 'ਚ ਮਾਰੇ ਕਹਿੰਦੇ ਵੀ ਹੁਣ ਦੱਸ ਕੀ ਕਰੇਂਗੇ, ਵੀ ਤੇਰੇ ਜਿਹੜੇ ਕੇਸ ਸੀ ਉਹ ਕਾਲਿਆਂ ਤੋਂ ਚਿੱਟੇ ਹੋ ਗਏ, ਤੇ ਜਿਹੜੀਆਂ ਤੇਰੀਆਂ ਅੱਖਾਂ ਸੀ, ਅੱਖਾਂ ਵੀ ਸਾਥ ਛੱਡ ਗਈ। ਆਪ ਮਹਾਰੇ ਹੁਣ ਜਲ ਵਗੀ ਜਾਂਦਾ, ਤੇ ਕੰਠ ਤੋਂ ਤੇਰੇ ਆਵਾਜ਼ ਨਹੀਂ ਨਿਕਲਦੀ, ਵੀ ਹੁਣ ਦੱਸ ਕੀ ਕਰੇ। ਨੈਣੋਂ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੁਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਵੀ ਹੁਣ ਤੇਰੀ ਇਹ ਹਾਲਤ ਹੋ ਗਈ, ਵੀ ਹੁਣ ਦੱਸ ਤੂੰ ਕੀ ਕਰੇਂਗਾ। ਤੇ ਉਦੋਂ ਜਦੋਂ ਬੰਧਨ ਟੁੱਟੇ, ਤੇ ਉਦੋਂ ਸਰੀਰ ਜਿਹੜਾ ਇਹ ਸਾਥ ਨਹੀਂ ਦਿੰਦਾ, ਇਹ ਸਾਥ ਛੱਡ ਚੱਲੇ। ਇਸ ਵਾਸਤੇ ਉਦੋਂ ਪਤਾ ਲੱਗਦਾ ਵੀ ਇਹ ਜਿਹੜਾ ਸੰਸਾਰ ਦੇ ਵਿੱਚ ਜੋ ਮੈਂ ਪਿਆਰ ਪਾਇਆ, ਇਹ ਸਭ ਝੂਠਾ ਹੀ ਹੈ। ਵੀ ਇੱਥੇ ਦਾ ਜੀਵ ਆਪੋ ਆਪਣੇ ਸਵਾਰਥ ਕਰਕੇ ਇਹ ਬੰਧਨਾਂ ਦੇ ਵਿੱਚ ਵੱਜੇ ਹੋਏ ਨੇ। ਭਾਈਆਂ ਮਾਰੇ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇੱਥੇ ਦਾ ਜੀਵ ਆਪੋ ਆਪਣੇ ਸੁੱਖਾਂ ਕਰਕੇ ਬੰਧਨਾਂ ਦੇ ਵਿੱਚ ਵੱਜੇ ਹੋਏ ਕਹਿੰਦੇ ਵੀ ਅਸੀਂ ਪਿਆਰ ਕਰਦੇ, ਤੇ ਉਹ ਜਿਹੜਾ ਪਿਆਰ, ਉਹ ਪਿਆਰ ਵੀ ਝੂਠਾ, ਕਿਉਂਕਿ ਮਾਇਆ ਦਾ ਸਿਰਫ ਹੀ ਸਰੀਰ ਦਾ। ਇਹ ਸਰੀਰ ਨੂੰ ਤਾਂ ਜਾਣਦੇ ਹਾਂ, ਜਿਹੜਾ ਅੰਦਰ ਵਸਦਾ ਉਹਨੂੰ ਨਹੀਂ ਜਾਣਦੇ। ਉਹਨੂੰ ਸਾਨੂੰ ਪਹਿਚਾਣ ਨਹੀਂ ਉਹਦੀ ਵੀ ਇਹਦੇ ਵਿੱਚ ਕੌਣ ਬੋਲਦਾ ਹੈ, ਕੌਣ ਦੇਖ ਰਿਹਾ, ਕੌਣ ਸੁਣ ਰਿਹਾ, ਇਹਦੇ ਵਿੱਚ ਉਹਦਾ ਭੇਦ ਨਹੀਂ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਪਿਆਰ ਇਹ ਝੂਠਾ ਹੈ, ਇਹ ਸਰੀਰ ਦਾ ਪਿਆਰ। ਇਹ ਸਰੀਰ ਨੂੰ ਮਾਇਆ ਕਹਿੰਦੇ, ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਭਰਮ ਭੁਲਾਏ। ਜਦੋਂ ਅਸੀਂ ਸਿਰਫ ਇਹ ਸਰੀਰ ਨੂੰ ਦੇਖਦੇ ਹਾਂ, ਇਹਨੂੰ ਜਾਣਦੇ ਹਾਂ, ਇਹਨੂੰ ਦੇਖ ਕੇ ਕਹਿੰਦੇ ਹਾਂ ਵੀ ਆਹ ਸਾਡੇ ਮਾਂ ਪਿਓ ਨੇ, ਆਹ ਸਾਡੇ ਭੈਣ ਭਰਾ ਨੇ, ਆਹ ਸਾਡੇ ਧੀਆਂ ਪੁੱਤਰ ਨੇ। ਉਹ ਅਸੀਂ ਕਿਹਨੂੰ ਦੇਖ ਕੇ ਕਹਿੰਦੇ? ਸਰੀਰ ਨੂੰ, ਇਹ ਆਕਾਰ ਨੂੰ। ਇਹ ਆਕਾਰ ਹੈ ਜਿਹੜੇ ਨਾਸਵਾਨ ਨੇ, ਇਹਨੇ ਸਦਾ ਨਹੀਂ ਰਹਿਣਾ, ਇਹ ਵਿਣਸਣਹਾਰ ਹੈ। ਹੁਣ ਜਦੋਂ ਫਿਰ ਜੀਵ ਦਾ ਇਹ ਆਕਾਰ ਜਦੋਂ ਛੱਡ ਕੇ ਜਾਂਦਾ ਹੈ, ਜਿਹੜੇ ਸਰੀਰ ਨੂੰ ਅਸੀਂ ਪਿਆਰ ਕਰਦੇ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸਾਡਾ ਹੈ, ਉਹ ਤਾਂ ਆਪਣੇ ਕੋਲ ਹੀ ਪਿਆ ਹੁੰਦਾ, ਇੱਥੇ ਹੀ ਰਹਿ ਜਾਂਦਾ। ਫਿਰ ਅਸੀਂ ਇਹਨੂੰ ਵੀ ਨਹੀਂ ਸਾਂਭ ਕੇ ਰੱਖਦੇ, ਇਹਨੂੰ ਅਸੀਂ ਆਪਦੇ ਹੱਥੀਂ ਸੰਸਕਾਰ ਕਰ ਦਿੰਦੇ।
ਤੇ ਉਦੋਂ ਜੀ ਵਿਰਾਗ ਕਰਦੇ, ਉਦੋਂ ਰੋਂਦੇ। ਮਹਾਰਾਜ ਕਹਿੰਦੇ ਵੀ ਹੁਣ ਕਿਉਂ ਰੋਂਦੇ ਹੋ? ਵੀ ਜਿਹਨੂੰ ਤੁਸੀਂ ਕਹਿੰਦੇ ਸੀ ਸਾਡਾ ਹੈ, ਜਿਹਦੇ ਨਾਲ ਤੁਸੀਂ ਪਿਆਰ ਕਰਦੇ ਸੀ, ਉਹ ਤਾਂ ਤੁਹਾਡੇ ਕੋਲ ਹੀ ਪਿਆ। ਫਿਰ ਉਦੋਂ ਜੀਵ ਕਹਿੰਦੇ ਵੀ ਰੋਂਦੇ ਤਾਂ ਜਿਹੜਾ ਇਹਦੇ ਅੰਦਰ ਵੱਸਦਾ ਸੀ ਉਹ ਚਲਾ ਗਿਆ, ਉਹਨੇ ਮੁੜ ਕੇ ਇਹਦੇ ਵਿੱਚ ਨਹੀਂ ਆਉਣਾ, ਤਾਂ ਰੋਂਦੇ। ਤੇ ਸਤਿਗੁਰੂ ਕਹਿੰਦੇ ਉਹ ਤਾਂ ਹੁਣ ਵੀ ਰੋਜ਼ ਜਾਂਦਾ। ਰਾਤ ਨੂੰ ਜਦੋਂ ਆਪਾਂ ਸੌਂ ਜਾਂਦੇ ਇਹਦੇ ਚੋਂ ਨਿਕਲ ਜਾਂਦਾ, ਜਦੋਂ ਸਵੇਰ ਹੁੰਦੀ ਇਹਦੇ ਜਾ ਕੇ ਫਿਰ ਵੜ ਜਾਂਦਾ, ਫਿਰ ਇਹ ਸਰੀਰ ਨੂੰ ਲੈ ਕੇ ਚੱਲ ਪੈਂਦਾ। ਤੇ ਹੁਣ ਕਿਉਂ ਨਹੀਂ ਪਤਾ ਕਰਦੇ ਵੀ ਰਾਤ ਨੂੰ ਕਿੱਥੇ ਜਾਂਦਾ, ਕਿਹੜੇ ਰਾਹ ਜਾਂਦਾ ਹੈ, ਕਿਹੜੇ ਰਾਹ ਵਾਪਸ ਆਉਂਦਾ ਹੈ? ਕਿਉਂਕਿ ਜਿਹੜੀ ਰਾਤ ਹੈ ਆਪਾਂ ਰੋਜ਼ ਮਰਦੇ, ਇਹ ਇੱਕ ਛੋਟੀ ਮੌਤ ਹੈ। ਫਰਕ ਸਿਰਫ ਇੰਨਾ ਹੀ ਹੈ ਵੀ ਸਾਹ ਚੱਲ ਰਹੇ ਹੁੰਦੇ ਤੇ ਸਾਨੂੰ ਆਸ ਹੁੰਦੀ ਵੀ ਸੁੱਤੇ ਪਏ ਨੇ ਉੱਠ ਕਰਨਗੇ। ਜਦੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਇੱਥੋਂ ਮਾਲਕ ਸਵਾਸ ਦੇ ਰਹੇ ਸਾਹਮਣੇ, ਤੇ ਇੱਥੋਂ ਹੀ ਰੋਕ ਦਿੰਦੇ, ਬੰਦ ਕਰ ਦਿੰਦੇ। ਫਿਰ ਇਹਦੇ ਵਿੱਚ ਮਨ ਸਾਡਾ ਵੜ ਨਹੀਂ ਸਕਦਾ, ਤੇ ਅੱਗੇ ਦਾ ਸਾਨੂੰ ਭੇਦ ਨਹੀਂ ਵੀ ਜਾਣਾ ਕਿੱਥੇ, ਕਿਉਂਕਿ ਪਹਿਲਾਂ ਜਾਣ ਹੁਣ ਬਣਾਇਆ ਨਹੀਂ, ਤੇ ਉਦੋਂ ਜੰਮ ਫੜਦੇ। ਫਿਰ ਉਹ ਜੰਮ ਕੁੱਟ ਕੇ ਫਿਰ ਅੱਗੇ ਜੂਨ 'ਚ ਪਹੁੰਚੀ। ਤਾਂ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਰੋਜ਼ ਦੀ ਰੋਜ਼ ਦਾ ਖੇਲ। ਦਿਨੇ ਅਸੀਂ ਇਹ ਸਰੀਰ ਵਿੱਚ ਆਉਣੇ, ਸਰੀਰ ਨੂੰ ਲੋਕ ਕਹਿੰਦੇ, ਆਪਾਂ ਇਹ ਲੋਕ ਦੇ ਰਹਿਣ ਵਾਲੇ ਨਹੀਂ, ਅਸੀਂ ਪਰਲੋਕ ਦੇ ਰਹਿਣ ਵਾਲੇ। ਇਸ ਲੋਕ ਦੇ ਵਿੱਚ, ਇਸ ਸਰੀਰ ਦੇ ਵਿੱਚ ਅਸੀਂ ਕੁਝ ਸਮੇਂ ਵਾਸਤੇ ਆਉਣੇ। ਜਿਵੇਂ ਸਵੇਰੇ ਆਏ 12-14 ਘੰਟੇ ਜਿੰਨਾ ਵੀ ਆਪਾਂ ਇੱਧਰ ਰਹੇ, ਇਹਦੇ 'ਚ ਮੁੜ ਕੇ ਲੋਕ ਨੂੰ ਛੱਡ ਕੇ ਅਸੀਂ ਪਰਲੋਕ ਨੂੰ ਵਾਪਸ ਜਾਣਾ। ਇਹ ਰੋਜ਼ ਦੀ ਰੋਜ਼ ਦਾ, ਨਿੱਤ ਦੀ ਨਿੱਤ ਦਾ ਖੇਲ, ਜੋ ਮਹਾਰਾਜ ਆਪਾਂ ਨੂੰ ਰੋਜ਼ ਸਮਝਾਉਂਦੇ, ਗੁਰੂ ਨਾਨਕ ਦੇਵ ਜੀ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਹੁਣ ਆਪਾਂ ਇਹ ਖੇਲ ਦੇ ਵਿੱਚ ਆ ਤਾਂ ਗਏ ਹਾਂ ਖੇਲਣ ਵਾਸਤੇ, ਪਰ ਵਾਪਸ ਜਾਣ ਦਾ ਰਾਹ ਭੁੱਲ ਗਏ। ਕਿਉਂਕਿ ਇੱਧਰ ਅਸੀਂ ਇਹ ਮਾਇਆ ਦੇ ਨਾਲ ਹੀ ਪਿਆਰ ਪਾ ਲਈ, ਇਹ ਸਰੀਰ ਨੂੰ ਹੀ ਸਾਰਾ ਕੁਛ ਮੰਨ ਲਿਆ, ਜਿਹੜਾ ਕਿ ਮਿਥਿਆ, ਜਿਹੜਾ ਕਿ ਨਾਸਵਾਨ। ਸਰੀਰ ਦੇ ਨਾਲ ਇੰਨਾ ਜੁੜ ਗਏ ਹਾਂ ਵੀ ਸਾਰਾ ਕੁਛ ਇਹਨੂੰ ਹੀ ਮੰਨਦੇ ਹਾਂ। ਇਹਦੇ ਵਾਸਤੇ ਜੀਵ ਕੰਮ ਕਰਦਾ, ਇਹਨੂੰ ਹੀ ਨਵਾਉਂਦਾ ਧਮਾਉਂਦਾ, ਇਹਨੂੰ ਹੀ ਇਸ਼ਨਾਨ ਕਰਾਈ ਜਾਂਦਾ, ਇਹਨੂੰ ਹੀ ਖਿਲਾਈ ਪਿਲਾਈ ਜਾਂਦਾ, ਇਹਦੇ ਬਾਰੇ ਦਿਨ ਰਾਤ ਸੋਚੀ ਜਾਂਦਾ ਵੀ ਇਹਨੂੰ ਕਿਵੇਂ ਪਾਲਣਾ। ਮਨ ਦਾ ਉਹਨੂੰ ਆਪਣੇ ਆਪੇ ਦਾ ਬਿਲਕੁਲ ਵੀ ਗਿਆਨ ਨਹੀਂ ਰਿਹਾ, ਭੇਤ ਨਹੀਂ ਰਿਹਾ। ਤੇ ਗੁਰਬਾਣੀ ਗੁਰੂ ਵਿੱਚ ਸਾਰੀ ਕਹਾਣੀ ਚੱਲਦੀ ਮਨ ਦੀ, ਇਹ ਸਰੀਰ ਦੀ ਕੋਈ ਗੱਲ ਨਹੀਂ ਕਰਦੀ। ਇਹ ਸਰੀਰ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਘਰ, ਪਿੰਡ, ਖੇਤ, ਧਰਤੀ, ਦੇਸ਼ ਕਹਿ ਕੇ ਪਾਸੇ ਕਰ ਦਿੱਤਾ। ਜਿਹੜਾ ਇਹਦੇ ਅੰਦਰ ਵੱਸਦਾ ਪਰਿਵਾਰ, ਉਹਦੀ ਕਹਾਣੀ ਚੱਲਦੀ ਸਾਰੀ, ਇਹਨੂੰ ਅਕਥ ਕਹਾਣੀ ਕਹਿੰਦੇ। ਅਕਥ ਕਹਾਣੀ, ਅਕਥ ਕਥਾ ਦੇ ਵਿੱਚ ਸਾਨੂੰ ਸਾਰਾ ਸੂਖਮ ਦਾ ਗਿਆਨ ਦਿੱਤਾ ਜਾਂਦਾ। ਸੂਖਮ ਹੁੰਦਾ ਹੈ ਵੀ ਜਿਹੜਾ ਸਾਨੂੰ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਜਦ ਤੱਕ ਸਾਡਾ ਮਨ ਜਾਗਦਾ ਨਹੀਂ। ਜਿਵੇਂ ਹੁਣ ਸਾਡੇ ਅੰਦਰ ਆਤਮਾ ਹੈ, ਆਤਮਾ ਵੀ ਸੂਖਮ ਹੈ, ਪਰਮਾਤਮਾ ਵੀ ਸੂਖਮ ਹੈ। ਮਨ ਹੈ ਜਿਹੜਾ, ਮਨ ਵੀ ਸੂਖਮ, ਧਰਮ ਰਾਏ ਚਿਤਰਗੁਪਤ ਇਹ ਵੀ ਸੂਖਮ, ਇਹ ਤਰ੍ਹਾਂ ਗੁਣ ਮਾਇਆ ਇਹ ਵੀ ਸੂਖਮ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਸੂਖਮ। ਇਹ ਸਾਰਾ ਸਾਨੂੰ ਸੂਖਮ ਦਾ ਗਿਆਨ ਦਿੱਤਾ ਜਾਂਦਾ ਹੈ। ਇਹ ਇੱਕ ਪਰਿਵਾਰ ਹੈ ਜਿਹੜਾ ਘਰ ਦੇ ਅੰਦਰ ਵੱਸਦਾ। ਹੁਣ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰ ਕੇ ਅਸੀਂ ਇਹ ਖੋਜ ਕਰਨੀ ਸੀ ਸਾਰੀ ਆਪਣੀ ਕਾਇਆ ਦੀ, ਆਪਣੇ ਅੰਦਰ ਦੀ। ਆਈਆਂ ਮਾਰੇ ਕਹਿੰਦੇ ਵੀ ਜਿਹੜੇ ਗੁਰਮੁਖ ਉਹ ਫਿਰ ਇਹ ਕਾਇਆ ਦੀ ਖੋਜ ਕਰਦੇ, ਉਹ ਬਾਹਰੀ ਭਰਮ ਦੇ ਵਿੱਚ ਨਹੀਂ ਪੈਂਦੇ। ਮਾਰੇ ਫਰਮਾਉਂਦੇ ਗੁਰਮੁਖ ਹੋਵੇ
ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ। ਬਈ ਜਿਹੜਾ ਗੁਰਮੁਖ ਹੈ ਉਹ ਬਾਹਰੀ ਭਰਮ 'ਚ ਨਹੀਂ ਪੈਂਦਾ, ਉਹ ਇਹ ਕਾਇਆ ਦੀ ਖੋਜ ਕਰਦਾ, ਉਹ ਅੰਦਰ ਦੀ ਖੋਜ ਕਰਦਾ। ਅਤੇ ਸਾਰੀ ਗੁਰਬਾਣੀ ਗੁਰੂ 1430 ਅੰਗ ਇਹ ਸਾਡੀ ਇਸ ਕਾਇਆ ਦੀ ਖੋਜ ਹੈ, ਸਾਡੇ ਅੰਦਰ ਦੀ ਖੋਜ। ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਇਹ ਸਾਰੀ ਖੋਜ ਕਰਕੇ ਸਾਨੂੰ ਲਿਖਤੀ ਰੂਪ ਵਿੱਚ ਦੱਸਿਆ ਵੀ ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹੀਏ, ਪੜ੍ਹ ਕੇ ਵਿਚਾਰੀਏ, ਸਾਨੂੰ ਇੱਧਰ ਉੱਧਰ ਭਟਕਣਾ ਨਾ ਪਵੇ ਕਿਸੇ ਪਾਸੇ, ਸਾਨੂੰ ਸਾਡੇ ਅੰਦਰ ਦਾ ਗਿਆਨ ਹੋ ਜੇ, ਸਾਨੂੰ ਸਾਡੇ ਅੰਦਰ ਦਾ ਭੇਤ ਆ ਜੇ ਬਈ ਇਹ ਸਾਡਾ ਜਿਹੜਾ ਸਰੀਰ ਹੈ, ਸਰੀਰ ਕਿਵੇਂ ਬਣਿਆ, ਪਿੰਡ ਕਿਵੇਂ ਤਿਆਰ ਹੋਏ, ਜਿਹੜਾ ਮਨ ਹੈ ਜਿਸ ਦੀ ਸਾਰੀ ਕਹਾਣੀ ਚੱਲਦੀ, ਮਨ ਦਾ ਜਨਮ ਕਿੱਥੋਂ ਹੋਇਆ, ਫਿਰ ਜਨਮ ਤੋਂ ਬਾਅਦ ਮਨ ਨੂੰ ਕੀ ਸਮਝਾਇਆ ਗਿਆ ਅਤੇ ਕਿਵੇਂ ਕਾਇਆ ਦੇ ਨਾਲ ਇਹਨੂੰ ਜੋੜਿਆ ਗਿਆ। ਆਤਮਾ ਦਾ ਵਾਸਾ ਸਾਡੇ ਅੰਦਰ ਕਿੱਥੇ ਹੈ ਅਤੇ ਆਤਮਾ ਦਾ ਰੋਲ ਕੀ ਹੈ। ਇਹ ਤਰ੍ਹਾਂ ਗੁਣ ਮਾਇਆ ਇਹ ਕਿਵੇਂ ਪ੍ਰਗਟ ਹੋਏ ਨੇ, ਇਹ ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਦਾ ਜਨਮ ਕਿੱਥੋਂ ਹੋਇਆ ਅਤੇ ਇਹਨਾਂ ਦੀ ਕੀ ਡਿਊਟੀ ਲਾਈਏ। ਧਰਮ ਰਾਏ ਚਿੱਤਰਗੁਪਤ ਇਹਨਾਂ ਦਾ ਜਨਮ ਕਿੱਥੋਂ ਹੋਇਆ, ਇਹਨਾਂ ਦੀ ਕੀ ਡਿਊਟੀ ਹੈ। ਇਹ ਸਾਰਾ ਗੁਰਬਾਣੀ ਗੁਰੂ ਵਿੱਚ ਸਾਨੂੰ ਬੜਾ ਸਹਿਜ ਦੇ ਵਿੱਚ ਲਿਜਾ ਕੇ ਗੁਰੂ ਨਾਨਕ ਦੇ ਘਰ ਨੇ ਇਹ ਸਾਰਾ ਭੇਦ ਦਿੱਤਾ ਹੋਇਆ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ ਅਤੇ ਅਸੀਂ ਆਪਦੇ ਅੰਦਰ ਦੀ ਖੋਜ ਕਰ। ਇਹ ਹੁਣ ਖੋਜ ਤਾਂਹੀਓ ਚੱਲੇਗੀ ਜੇ ਅਸੀਂ ਅੰਤਰਮੁਖੀ ਹੋਵਾਂਗੇ। ਜੇ ਅਸੀਂ ਬਾਹਰ ਮੁਖੀ ਰਹੇ, ਬਾਹਰ ਦੀ ਦੌੜ ਸੰਸਾਰ ਦੀ ਮਾਇਆ ਦੀ, ਇਹ ਜਦੋਂ ਸਾਡਾ ਮੋਹ ਮਾਇਆ ਦੇ ਨਾਲ ਪਿਆ ਹੁੰਦਾ ਅਤੇ ਸਾਡੀ ਜਿਹੜੀ ਯਾਤਰਾ ਇਹ ਸਾਰੀ ਬਾਹਰ ਦੀ ਸੰਸਾਰ ਦੀ। ਅਤੇ ਜੋ ਗੁਰਬਾਣੀ ਗੁਰੂ ਆਪਾਂ ਨੂੰ ਕਹਿ ਰਹੇ ਇਹ ਸਾਡੇ ਅੰਦਰ ਦੀ ਯਾਤਰਾ, ਇਹ ਸਾਡੇ ਸਰੀਰ ਦੀ ਕਾਇਆ ਦੀ। ਹੁਣ ਜਿਹੜੇ ਗੁਰਮੁਖ ਇਹਦੇ ਕਾਇਆ ਦੀ ਖੋਜ ਕਰਦੇ ਅੰਦਰ ਦੀ, ਉਹਨਾਂ ਨੂੰ ਮਾਰੇ ਕਹਿੰਦੇ ਵੀ ਇਹ ਵੱਡੇ ਭਾਗਾਂ ਵਾਲੇ ਨੇ। ਅਤੇ ਕਿਵੇਂ ਕਰਦੇ, ਉਹ ਫਿਰ ਸਿਮਰਨ ਕਰ ਕਰਕੇ, ਸ਼ਬਦ ਦੀ ਕਮਾਈ ਕਰ ਕਰਕੇ ਮਾਰੇ ਕਹਿੰਦੇ ਖੋਜ ਤੇ ਵਡਭਾਗੀ, ਰਾਮ ਰਾਮ ਬੋਲ ਬੋਲ। ਬਈ ਉਹ ਗੁਰਮੁਖ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਫਿਰ ਅੰਦਰ ਦੀ ਖੋਜ ਕਰ ਲਈ ਬਈ ਸਾਡੇ ਅੰਦਰ ਨਾਮ ਕਿੱਥੇ ਹੈ, ਜਿਹੜਾ ਸਾਡਾ ਘਰ ਹੈ ਨਿਜ ਮਹਿਲ, ਸਾਡੇ ਅੰਦਰ ਮਾਲਕ ਕਿੱਥੇ ਬੈਠੇ ਉਹ ਨਿਜ ਮਹਿਲ ਦੇ ਵਿੱਚ। ਜਿਸ ਵਾਰੋਂ ਅਸੀਂ ਪੜ੍ਹਤਾ ਰੋਜ਼ ਲੈਂਦੇ ਹਾਂ, ਨਿਜ ਘਰ ਮਹਿਲ ਆਵੋ ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਬਈ ਉਹ ਨਿਜ ਮਹਿਲ ਕਿੱਥੇ ਹੈ ਜਿਹਦੇ ਵਿੱਚ ਜਾ ਕੇ ਦੁਬਾਰਾ ਸਾਡਾ ਫੇਰਾ ਨਹੀਂ ਹੋਣਾ, ਸਾਡਾ ਜਨਮ ਮਰਨ ਦਾ ਗੇੜ ਮੁੱਕ ਜਾਣਾ। ਵੀ ਜਿਸ ਨਿਜ ਮਹਿਲ ਵਿੱਚ ਸਾਨੂੰ ਬੁਲਾਉਂਦੇ ਸਤਿਗੁਰੂ, ਜਿਹਨੂੰ ਥਿਰ ਘਰ ਵੀ ਕਹਿੰਦੇ ਵੀ ਤੁਸੀਂ ਥਿਰ ਘਰ ਆ ਕੇ ਬੈਠੋ ਅਤੇ ਤੁਹਾਡੇ ਜਿਹੜੇ ਕਾਰਜ ਉਹ ਸਾਰੇ ਮੈਂ ਖੁਦ ਆਪ ਕਰਦਾ। ਮਾਰੇ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੀ, ਸਤਿਗੁਰ ਤੁਮਰੀ ਕਾਜ ਸਵਾਰੀ। ਹੁਣ ਉਹ ਥਿਰ ਘਰ ਹੈ ਕਿੱਥੇ, ਜਿਹਦੇ ਵਿੱਚ ਸਾਡੇ ਮਨ ਨੇ ਬਹਿਣਾ, ਉਹ ਬੈਠੇਗਾ ਹੁਣ ਤਾਂ ਹੀ ਜੇ ਅਸੀਂ ਖੋਜ ਕਰਾਂਗੇ। ਜੇ ਹੁਣ ਖੋਜ ਨਹੀਂ ਕਰਦੇ, ਪੜ੍ਹਨਾ ਇੱਕ ਵੱਖਰੀ ਗੱਲ ਹੈ, ਪੜ੍ਹ ਲਿਆ, ਪੜ੍ਹ ਕੇ ਅੱਗੇ ਟੱਪ ਗਏ। ਅਤੇ ਜੇ ਸਾਨੂੰ ਕੋਈ ਪੁੱਛੇ ਵੀ ਉਹ ਥਿਰ ਘਰ ਹੈ ਕਿੱਥੇ, ਉਹ ਥਿਰ ਘਰ ਨੂੰ ਕਿਹੜਾ ਦਰਵਾਜ਼ਾ ਲੱਗਿਆ, ਕਿਹੜਾ ਜਿੰਦਰਾ ਲੱਗਿਆ, ਉਹਨੂੰ ਕਿਵੇਂ ਖੋਲ੍ਹਦੇ ਹੋ। ਅਤੇ ਐਸਾ ਥਿਰ ਘਰ 'ਚ ਕੀ ਹੈ ਵੀ ਜਿਹਦੇ ਵਿੱਚ ਜਾ ਕੇ ਦੁਬਾਰਾ ਸਾਡਾ ਸੰਸਾਰ 'ਚ ਫੇਰਾ ਨਹੀਂ ਹੁੰਦਾ। ਉਹ ਥਿਰ ਘਰ ਦੀ ਕੋਈ ਗੱਲਬਾਤ ਸੁਣਾਓ। ਹੁਣ ਉਹ ਥਿਰ ਘਰ ਦਾ ਜੀਵ ਦਰਵਾਜ਼ਾ ਹੀ ਭੁੱਲ ਗਿਆ, ਉਹਦਾ ਜਿਹੜਾ ਦਰ ਸੀ ਉਹ ਦਰ ਹੀ ਭੁੱਲ ਗਿਆ ਵੀ ਉਹ ਦਰ ਕਿਹੜਾ ਹੈ।
ਤੇ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਜੋ ਗੁਰਬਾਣੀ ਗੁਰੂ ਹੈ ਇਹ ਸਿਰਫ ਇਕੱਲਾ ਪੜ੍ਹਨ ਦਾ ਜਾਂ ਗਾਉਣ ਦਾ ਵਿਸ਼ਾ ਨਹੀਂ ਹੈ, ਇਹ ਸਾਡੀ ਅੰਦਰ ਦੀ ਖੋਜ ਹੈ, ਇਹ ਅਨੁਭਵੀ ਗਿਆਨ ਹੈ, ਇਹ ਪ੍ਰੈਕਟੀਕਲ ਹੈ। ਜੇ ਅਸੀਂ ਸਿਰਫ ਪੜ੍ਹਨ ਤੱਕ ਸੀਮਤ ਹਾਂ, ਅਸੀਂ ਉੱਥੇ ਪਹੁੰਚ ਨਹੀਂ ਸਕਦੇ ਜਿੱਥੇ ਸਾਨੂੰ ਪਹੁੰਚਣ ਨੂੰ ਕਹਿ ਰਹੇ। ਸਾਨੂੰ ਅਭਿਆਸ ਕਰਨਾ ਪਏਗਾ, ਸਾਨੂੰ ਸਿਮਰਨ ਕਰਨਾ ਪਏਗਾ। ਜਿਵੇਂ ਹੁਣ ਆਪਾਂ ਗੁਰਬਾਣੀ ਗੁਰੂ ਤੋਂ ਪੁੱਛੀਏ, ਆਪਾਂ ਆਉਂਦੇ ਹਾਂ ਵੀ ਸਾਡੇ ਮਨ 'ਚ ਕਲੇਸ਼ ਹੈ ਜੀ, ਸਾਡੇ ਪਰਿਵਾਰਾਂ 'ਚ ਕਲੇਸ਼ ਹੈ, ਸਾਡੇ ਸੁੱਖ ਸ਼ਾਂਤੀ ਨਹੀਂ ਹੈ, ਸਾਡੇ ਪਰਿਵਾਰਾਂ 'ਚ ਲੜਾਈਆਂ ਝਗੜੇ ਹੁੰਦੇ ਨੇ, ਵੀ ਤੁਸੀਂ ਕਿਰਪਾ ਕਰੋ ਸਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਹੋਵੇ, ਸਾਡੇ ਮਨਾਂ ਨੂੰ ਸ਼ਾਂਤੀ ਹੋਵੇ, ਉਹਦੇ ਵਾਸਤੇ ਅਸੀਂ ਕੀ ਕਰੀਏ? ਤੇ ਸਤਿਗੁਰੂ ਸਾਨੂੰ ਕੀ ਕਹਿੰਦੇ? ਕਹਿੰਦੇ ਸਿਮਰਨ ਕਰੋ। ਜੇ ਤੁਸੀਂ ਸਿਮਰਨ ਕਰੋਗੇ ਤੇ ਤੁਹਾਡਾ ਕਲਾ ਕਲੇਸ਼ ਖਤਮ ਹੋ ਜਾਏਗਾ, ਮਿਟ ਜਾਏਗਾ, ਤੁਸੀਂ ਸੁਖੀ ਹੋ ਜਾਓਗੇ। ਮਾਰੇ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਹੁਣ ਜੇ ਤਾਂ ਅਸੀਂ ਇਹ ਬਚਨ ਮੰਨ ਲਿਆ ਗੁਰੂ ਅਰਜਨ ਦੇਵ ਜੀ ਦਾ ਵੀ ਸਾਨੂੰ ਕਹਿ ਰਹੇ ਸਿਮਰਨ ਕਰੋ, ਤੇ ਅਸੀਂ ਸਿਮਰਨ ਕਰਨਾ ਸ਼ੁਰੂ ਕਰਤਾ ਤੇ ਸਾਡਾ ਕਲਾ ਕਲੇਸ਼ ਮਿਟ ਜਾਏਗਾ। ਜੇ ਹੁਣ ਜੇ ਉਹ ਕਹਿ ਰਹੇ ਉਹਦਾ ਅਸੀਂ ਕਰਦੇ ਨਹੀਂ, ਪੜ੍ਹ ਲਿਆ, ਪੜ੍ਹ ਕੇ ਅੱਗੇ ਟੱਪ ਗਏ, ਤੇ ਫਿਰ ਸਾਡਾ ਕਲਾ ਕਲੇਸ਼ ਖਤਮ ਹੀ ਨਹੀਂ ਹੋਣਾ, ਸਾਡਾ ਮਿਟਣਾ ਹੀ ਨਹੀਂ ਕਲਾ ਕਲੇਸ਼। ਤਾਂਹੀਓ ਆਪਾਂ ਦੇਖਦੇ ਹਾਂ ਨਾ, ਇੱਕ ਤਾਂ ਜੀਵ ਚਲੋ ਜਿਹੜੇ ਪੜ੍ਹਦੇ ਨਹੀਂ ਉਹ ਤਾਂ ਲੜਦੇ ਹੀ ਲੜਦੇ ਨੇ, ਉਹਨਾਂ ਨੇ ਤਾਂ ਲੜਨਾ ਹੀ ਹੈ। ਇੱਕ ਜਿਹੜੇ ਪੜ੍ਹਦੇ ਉਹ ਵੀ ਲੜਦੇ ਨੇ, ਕਲਾ ਕਲੇਸ਼ ਉਹਨਾਂ ਦੇ ਅੰਦਰ ਵੀ, ਵੈਰ ਵਿਰੋਧ ਉਹ ਵੀ ਕਰੀ ਜਾਂਦੇ, ਈਰਖਾ ਨਫ਼ਰਤ ਉਹਨਾਂ ਦੇ ਅੰਦਰ ਵੀ। ਹੁਣ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹੀ ਹੈ ਵੀ ਜੋ ਸਾਨੂੰ ਗੁਰੂ ਸਾਹਿਬ ਕਰਨ ਨੂੰ ਕਹਿ ਰਹੇ ਅਸੀਂ ਉਹ ਨਹੀਂ ਕਰਦੇ। ਜੇ ਤਾਂ ਹੁਣ ਅਸੀਂ ਵਾਕਈ ਹੀ ਚਾਹੁੰਦੇ ਹਾਂ ਸੁਖੀ ਹੋਣਾ, ਫਿਰ ਤਾਂ ਅਸੀਂ ਪੁੱਛਣਾ ਅੱਗੇ, ਫਿਰ ਖੋਜ ਚੱਲ ਪੈਂਦੀ। ਜਿਹੜਾ ਖੋਜੀ ਹੈ ਨਾ ਗੁਰਮੁਖ, ਉਹਨੇ ਅੱਗੇ ਦੇ ਅੱਗੇ ਸਵਾਲ ਕੀਤੀ ਜਾਣੇ। ਜਿਵੇਂ ਬੱਚਾ ਹੁੰਦਾ ਨਾ, ਬੱਚਾ ਖੋਜੀ ਹੁੰਦਾ, ਜਦੋਂ ਬਚਪਨ 'ਚ ਹੁੰਦਾ ਉਹਨੇ ਪੁੱਛੀ ਜਾਣਾ ਵੀ ਆਹ ਕੀ ਹੈ, ਆਹ ਕੀ ਹੈ, ਉਹ ਕੀ ਹੈ, ਕਿਉਂਕਿ ਉਹ ਖੋਜੀ ਹੈ, ਉਹ ਸਿਖਿਆਰਥੀ, ਉਹਨੇ ਸਿੱਖਣਾ, ਉਹਨੇ ਉਹ ਚੀਜ਼ ਨੂੰ ਗ੍ਰਹਿਣ ਕੀਤੀ ਜਾਣਾ ਆਪਦੇ ਅੰਦਰ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਤਿਗੁਰ ਨੇ ਕੀ ਆਖਿਆ? ਸਿੱਖ। ਸਿੱਖ ਦਾ ਭਾਵ ਕੀ ਹੁੰਦਾ? ਸਿਖਿਆਰਥੀ, ਵੀ ਜਿਹਨੇ ਸਿੱਖਣਾ। ਆਪਾਂ ਸਿੱਖ ਹੀ ਰਹਿਣਾ ਤੇ ਸਾਰੀ ਉਮਰ ਅਸੀਂ ਸਿੱਖਦੇ ਹੀ ਰਹਿਣਾ। ਤੇ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਸਿੱਖ ਹੈ ਉਹਨੇ ਤਾਂ ਪੁੱਛੀ ਜਾਣਾ। ਹੁਣ ਆਪਾਂ ਆ ਕੇ ਪੁੱਛਿਆ ਵੀ ਸਤਿਗੁਰੂ ਸਾਡੇ ਮਨਾਂ 'ਚ ਕਲੇਸ਼, ਤੇ ਉਹ ਕਹਿੰਦੇ ਸਿਮਰਨ ਕਰੋ। ਤੇ ਫਿਰ ਅਸੀਂ ਪੁੱਛਣਾ ਵੀ ਸਿਮਰਨ ਕਿਵੇਂ ਕਰੀਏ? ਸਾਨੂੰ ਤਾਂ ਇਹ ਨਹੀਂ ਪਤਾ ਵੀ ਸਿਮਰਨ ਹੁੰਦਾ ਕਿਵੇਂ, ਵੀ ਸਾਨੂੰ ਦੱਸੋ। ਤੇ ਫਿਰ ਉਹਨਾਂ ਨੇ ਸਾਨੂੰ ਦੱਸਣਾ ਵੀ ਸਿਮਰਨ ਕਰਨਾ, ਸਾਸ ਗਿਰਾਸ ਕਰਨਾ। ਉਹ ਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਹੈ ਜੋ ਸਾਸ ਗਿਰਾਸ ਸਿਮਰਨ ਕਰਦਾ। ਮਾਰੇ ਫਰਮਾਉਂਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਆਪਾਂ ਪੁੱਛਿਆ ਵੀ ਕਿਵੇਂ ਕਰੀਏ? ਉਹ ਕਹਿੰਦੇ ਸਾਸ ਗਿਰਾਸ ਕਰੋ। ਤੇ ਆਪਾਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਸ ਗਿਰਾਸ ਕਿਹਨੂੰ ਕਹਿੰਦੇ ਨੇ, ਉਹ ਕਿਵੇਂ ਹੁੰਦਾ ਹੈ, ਸਾਨੂੰ ਚੰਗੀ ਤਰ੍ਹਾਂ ਸਮਝਾਓ। ਕਿਉਂਕਿ ਆਪਾਂ ਸਿੱਖ ਹਾਂ, ਉਹ ਆਪਾਂ ਸਵਾਲ ਕੀਤੀ ਜਾਣੇ ਅੱਗੇ ਦੀ ਅੱਗੇ, ਜਿਵੇਂ ਬੱਚਾ ਉਹ ਅੱਗੇ ਦੀ ਅੱਗੇ ਪੁੱਛੀ ਜਾਂਦਾ। ਤੇ ਆਪਾਂ ਪੁੱਛਦੇ ਵੀ ਸਾਸ ਗਿਰਾਸ ਕਿਵੇਂ ਹੁੰਦਾ? ਸਾਨੂੰ ਤਾਂ ਇਹਦੇ ਬਾਰੇ ਨਹੀਂ ਪਤਾ। ਫਿਰ ਉਹ ਸਾਨੂੰ ਸਮਝਾਉਂਦੇ ਮਹਾਰਾਜ ਵੀ ਸਾਸ ਗਿਰਾਸ ਕਹਿੰਦੇ ਇਹ ਜੋ ਸਾਡੀ ਸਵਾਸਾਂ ਦੀ ਕਿਰਿਆ ਚੱਲਦੀ, ਆਪਣਾ ਮਾਤਾ ਪਿਤਾ ਵਾਹਿਗੁਰੂ ਸਾਡੇ ਸਾਹਮਣੇ ਇੱਕ ਇੱਕ ਸਵਾਸ ਉਹ ਸਾਡੇ ਮੁੱਖ ਦੇ ਵਿੱਚ ਗਰਾਹੀ ਪਾਉਂਦੇ। ਸਵਾਸਾਂ ਦੀ ਤੇ ਸਾਨੂੰ ਸਾਹਮਣੇ ਦੇਖਦੇ ਨੇ, ਜਿਵੇਂ ਬੱਚੇ ਦੇ ਮੁੱਖ ਦੇ ਵਿੱਚ ਮਾਂ ਪਿਓ ਪਾਉਂਦੇ ਗਰਾਹੀਆਂ, ਵਰਤੀ ਪਾਉਂਦੇ, ਉਹ ਦੇਖੀ ਜਾਂਦਾ ਮਾਂ ਪਿਓ ਵੱਲ।
ਜਦੋਂ ਗਰਾਹੀ ਅੰਦਰ ਚਲੀ ਜਾਂਦੀ ਉਹ ਫਿਰ ਦੂਜੀ ਪਾ ਦਿੰਦੇ। ਹੁਣ ਇਸੇ ਤਰ੍ਹਾਂ ਹੀ ਆਪਾਂ ਸਾਰੇ ਬੱਚੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ, ਤੋ ਇੱਕ ਇੱਕ ਸਵਾਸ ਸਾਡੇ ਮੁੱਖ 'ਚ ਗਰਾਹੀ ਪਾਉਂਦਾ ਹੈ ਅਤੇ ਸਾਨੂੰ ਸਾਹਮਣੇ ਦੇਖਦਾ। ਮਾਰੇ ਫਰਮਾਉਂਦੇ ਆਪੇ ਕਰਤਾ, ਕਰ ਕਰ ਵੇਖੇ ਦਿੰਦਾ ਸਾਸ ਗਿਰਾਹਾ ਹੈ। ਹੁਣ ਇਹ ਜੋ ਸਾਡੀ ਸਵਾਸਾਂ ਦੀ ਕਿਰਿਆ ਚੱਲਦੀ, ਉਹ ਸਾਨੂੰ ਸਵਾਸ ਦਿੰਦੇ, ਸਵਾਸ ਅੰਦਰ ਗਿਆ, ਇਹ ਆਪਣੀ ਨਾਭੀ ਤੱਕ ਜਾਂਦਾ, ਇੱਥੋਂ ਟਕਰਾ ਕੇ ਫਿਰ ਵਾਪਸ ਬਾਹਰ ਆਉਂਦਾ, ਫਿਰ ਉਹ ਦੂਜਾ ਸਵਾਸ ਪਾਉਂਦੇ। ਹੁਣ ਇਹ ਜੋ ਸਵਾਸਾਂ ਦੀ ਕਿਰਿਆ ਚੱਲਦੀ, ਸਵਾਸ ਅੰਦਰ ਗਿਆ, ਫਿਰ ਅੰਦਰੋਂ ਸਵਾਸ ਬਾਹਰ ਆਇਆ, ਇਹਨੂੰ ਸਾਸ ਗਿਰਾਸ ਕਹਿੰਦੇ। ਇਹਨਾਂ ਸਵਾਸਾਂ ਦੇ ਵਿੱਚ ਮਿਲ ਕੇ ਫਿਰ ਆਪਾਂ ਸਿਮਰਨ ਕਰਨਾ ਹੁੰਦਾ ਵੀ ਜਦੋਂ ਸਾਡਾ ਸਵਾਸ ਅੰਦਰ ਜਾਂਦਾ ਆਪਾਂ ਵਾਹੇ ਬੋਲਣਾ, ਅਤੇ ਜਦੋਂ ਸਵਾਸ ਬਾਹਰ ਨੂੰ ਆਉਂਦਾ ਆਪਾਂ ਗੁਰੂ ਬੋਲਣਾ। ਇਹਨੂੰ ਸਾਸ ਗਿਰਾਸ ਕਹਿੰਦੇ। ਫਿਰ ਆਪਾਂ ਪੁੱਛਦੇ ਵੀ ਚਲੋ ਸਿਮਰਨ ਦਾ ਸਾਨੂੰ ਪਤਾ ਲੱਗ ਗਿਆ ਵੀ ਇੱਦਾਂ ਕਰਨਾ, ਅਸੀਂ ਧਿਆਨ ਕਿੱਥੇ ਰੱਖੀਏ? ਅਤੇ ਸਾਨੂੰ ਫਿਰ ਦੱਸਦੇ ਵੀ ਧਿਆਨ ਰੱਖਣਾ ਆਪਣੀ ਆਵਾਜ਼ ਦੇ ਵਿੱਚ, ਵੀ ਅਸੀਂ ਰਸਨਾ ਦੁਆਰਾ ਮੁੱਖ ਦੁਆਰਾ ਬੋਲਣਾ ਅਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ। ਇਹ ਵਿਧੀ ਹੈ, ਇਹ ਤਰੀਕਾ ਮਨ ਨੂੰ ਇਕਾਗਰ ਕਰਨ ਦਾ। ਜੋ ਅਸੀਂ ਕਹਿੰਦੇ ਹਾਂ ਨਾ ਵੀ ਸਾਡਾ ਮਨ ਨਹੀਂ ਟਿਕਦਾ ਜੀ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਸਾਡਾ ਮਨ ਨਹੀਂ ਟਿਕਦਾ, ਮਨ ਭੱਜਿਆ ਫਿਰਦਾ, ਦੌੜਿਆ ਫਿਰਦਾ। ਇਹ ਮਨ ਨੂੰ ਇਕਾਗਰ ਕਰਨ ਦੀ, ਮਨ ਨੂੰ ਟਿਕਾਉਣ ਦੀ ਸਾਨੂੰ ਵਿਧੀ ਦੱਸਦੇ ਸਤਿਗੁਰੂ ਵੀ ਇਸ ਤਰੀਕੇ ਨਾਲ ਸਿਮਰਨ ਕਰਨਾ। ਮਾਰੇ ਕਹਿੰਦੇ ਵੀ ਮੁੱਖ ਦੁਆਰਾ ਬੋਲੋ, ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣੋ ਅਤੇ ਤੁਹਾਡਾ ਆਧਾਰ ਹੋ ਜਾਣਾ, ਤੁਹਾਡੇ ਮਨ ਨੇ ਵਿਚਾਰਾਂ ਫੁਰਨਿਆਂ ਤੋਂ ਰਹਿਤ ਹੋ ਜਾਣਾ, ਤੁਸੀਂ ਮੁਕਤ ਹੋ ਜਾਣਾ। ਇਹ ਤੋਂ ਇਹਨਾਂ ਬੰਧਨਾਂ ਤੋਂ, ਇਹਨਾਂ ਵਿਚਾਰਾਂ ਤੋਂ, ਇਹ ਵਿਚਾਰ ਹੀ ਬੰਧਨ ਨੇ ਸਾਡੇ। ਜਦੋਂ ਅਸੀਂ ਇਹ ਵਿਧੀ ਤਰੀਕਾ ਅਪਣਾਵਾਂਗੇ, ਜਿਹਨੇ ਵੀ ਇਹ ਤਰੀਕਾ ਅਪਣਾ ਲਿਆ, ਸਤਿਗੁਰੂ ਕਹਿੰਦੇ ਵੀ ਉਹਨੇ ਮੁਕਤ ਹੋ ਜਾਣਾ, ਉਹਦਾ ਆਧਾਰ ਹੋ ਜਾਣਾ। ਸਤਿਗੁਰੂ ਆਪਾਂ ਨੂੰ ਇਹ ਵਿਧੀ ਦੱਸਦੇ ਹੋਏ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ, ਰਸਨਾ ਉਚਰੇ ਹਰ ਸਰਬਣੀ ਸੁਣੇ ਸੋਧਰੇ ਮਿਤਾ। ਵੀ ਰਸਨਾ ਦੁਆਰਾ ਬੋਲੋ, ਸਰਬਨਾ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣੋ ਅਤੇ ਤੁਹਾਡਾ ਆਧਾਰ ਹੋ ਜਾਵੇ ਅਤੇ ਆਪਾਂ ਵਿਚਾਰਾਂ ਤੋਂ ਰਹਿਤ ਹੋ ਜਾਈਏ। ਹੁਣ ਜਦੋਂ ਅਸੀਂ ਇਹ ਫਿਰ ਤਰੀਕਾ ਅਪਣਾਉਂਦੇ ਹਾਂ, ਇਹ ਸੁਖੀ ਹੋਣ ਦਾ ਤਰੀਕਾ, ਸੁੱਖ ਲੈਣ ਦਾ। ਜੋ ਅਸੀਂ ਕਹਿੰਦੇ ਵੀ ਸੰਸਾਰ 'ਚ ਦੁੱਖ ਹੈ ਜੀ, ਇਹ ਕਲਾ ਕਲੇਸ਼, ਇਹ ਦੁਰਮਤ ਦੀ ਅਗਨ, ਇਹ ਸਾਡੇ ਮਨ ਨੂੰ ਸਾੜ ਰਹੀ ਹੈ। ਵਿਚਾਰਾਂ ਦੀ ਅਗਨ, ਜਦੋਂ ਵਿਚਾਰਾਂ ਦਾ ਟਕਰਾਅ ਹੁੰਦਾ ਇੱਕ ਦੂਸਰੇ ਨਾਲ, ਉਹ ਸਾਡਾ ਮਨ ਜਲਦਾ ਉਹਦੇ ਵਿੱਚ, ਉਹਨੂੰ ਅਗਨ ਕਹਿੰਦੇ ਗੁਰਬਾਣੀ 'ਚ। ਜਿਵੇਂ ਹੁਣ ਆਪਣੀ ਕਿਸੇ ਨਾਲ ਲੜਾਈ ਹੁੰਦੀ ਨਾ, ਜਾਂ ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਟਕਰਾਅ ਹੋਣ ਤੋਂ ਬਾਅਦ ਕਿੰਨਾ ਆਪਣਾ ਮਨ ਅਸ਼ਾਂਤ ਹੋ ਜਾਂਦਾ, ਕਿੰਨਾ ਦੁਖੀ ਹੋ ਜਾਂਦਾ। ਉਹ ਜਿਹੜਾ ਦੁੱਖ ਹੈ ਉਹਨੂੰ ਕਹਿੰਦੇ ਅਗਨ ਗੁਰਬਾਣੀ 'ਚ। ਵੀ ਇਹ ਦੁਰਮਤ ਦੀ ਅਗਨ ਦੇ ਵਿੱਚ ਸਾਰਾ ਜਗਤ ਸੜਦਾ ਪਿਆ। ਮਾਰੇ ਕਹਿੰਦੇ ਦੁਰਮਤ ਅਗਨ ਜਗਤ ਪਰ ਜਾਰੇ, ਵੀ ਇਹ ਦੁਰਮਤ ਦੀ ਅਗਨ ਸਾਰੇ ਜਗਤ ਨੂੰ ਸਾੜਦੀ, ਘਰ ਘਰ 'ਚ ਕਲੇਸ਼। ਹੁਣ ਇਹ ਤੋਂ ਬਚਦੇ ਕੌਣ ਨੇ? ਇਸ ਅਗਨ ਤੋਂ ਕੌਣ ਉੱਭਰਦੇ? ਜਿਹੜੇ ਸਤਿਗੁਰੂ ਕਹਿੰਦੇ ਸ਼ਬਦ ਦੀ ਵਿਚਾਰ ਕਰਦੇ, ਸੋ ਉੱਭਰੇ ਜੋ ਗੁਰ ਸ਼ਬਦ ਵਿਚਾਰੇ। ਜਦੋਂ ਅਸੀਂ ਗੁਰੂ ਦੇ ਸ਼ਬਦ ਦੀ, ਨਾਮ ਦੀ ਵਿਚਾਰ ਕਰਾਂਗੇ, ਅਨਹਦ ਸ਼ਬਦ ਦੀ, ਨਾਦ ਦੀ, ਅਤੇ ਅਸੀਂ ਇਹ ਤੋਂ ਉੱਪਰ ਉੱਠ ਜਾਵਾਂਗੇ। ਫਿਰ ਇਹ ਅਗਨ ਥੱਲੇ ਰਹਿ ਗਈ ਅਤੇ ਆਪਾਂ ਅਗਨ ਤੋਂ ਉੱਪਰ ਜਾ ਵੜੇ, ਆਪਾਂ ਨੂੰ ਨਹੀਂ ਸਾੜੇਗੀ, ਲੱਗੇਗੀ ਨਹੀਂ। ਤਾਂ ਮਾਰੇ ਕਹਿੰਦੇ ਵੀ ਜਿਨ੍ਹਾਂ ਨੂੰ ਫਿਰ ਇਹ ਗਿਆਨ ਹੋ ਗਿਆ ਬ੍ਰਹਮ ਦਾ, ਸਾਰੀ ਗੁਰਬਾਣੀ ਗੁਰੂ ਇਹ ਬ੍ਰਹਮ ਦਾ ਗਿਆਨ ਹੈ। ਜੋ ਮਾਰੇ ਫਰਮਾਉਂਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਬ੍ਰਹਮ ਦੀ ਵਿਚਾਰ, ਬ੍ਰਹਮ ਦਾ ਗਿਆਨ। ਅਤੇ ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਦਾ ਮਨ ਸੀਤਲ ਹੋ ਜਾਂਦਾ, ਉਹਨਾਂ ਦਾ ਮਨ ਠੰਡਾ ਹੋ ਜਾਂਦਾ। ਇਹਦੇ ਦੁਰਮਤ ਦੀ ਅਗਨ ਉਹਨਾਂ ਦੇ ਮਨ ਨੂੰ ਸਾੜਦੀ ਨਹੀਂ।
ਮਾਰੇ ਫਰਮਾਉਂਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਬਈ ਜਿਹਦੇ ਵਿੱਚ ਇਹ ਸਾਰਾ ਜਗਤ ਸੜਦਾ ਹੈ ਅਤੇ ਉਹ ਮਨ ਨੂੰ ਗੁਰਮੁਖਾਂ ਦੀ ਠੰਡੀ ਲੱਗਦੀ, ਪਾਣੀ ਵਰਗੀ ਨਹੀਂ ਸੜਦੀ। ਕਾਦੋਂ ਨਹੀਂ ਸੜਦੀ? ਕਿਉਂਕਿ ਮਹਾਰਾਜ ਕਹਿੰਦੇ ਵੀ ਬ੍ਰਹਮ ਦਾ ਗਿਆਨ ਹੋ ਗਿਆ। ਬ੍ਰਹਮ ਕਹਿੰਦੇ ਪਰਮਾਤਮਾ ਨੂੰ, ਵਾਹਿਗੁਰੂ। ਵੀ ਕਿਵੇਂ ਇਹ ਸਾਰਾ ਬ੍ਰਹਮ ਤੋਂ ਪਸਾਰਾ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਬ੍ਰਹਮੋਂ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਦੋਂ ਇਹ ਸਾਨੂੰ ਗਿਆਨ ਹੋ ਜਾਏਗਾ ਅਤੇ ਸਾਡੇ ਮਨ ਨੇ ਠੰਡਾ ਹੋ ਜਾਣਾ, ਸ਼ੀਤਲ ਹੋ ਜਾਣਾ, ਨਿਰਮਲ ਹੋ ਜਾਣਾ, ਫਿਰ ਇਹ ਕੱਢੇਗਾ ਨਹੀਂ। ਇਹ ਕੱਢਦਾ ਉਦੋਂ, ਦੁਖੀ ਉਦੋਂ ਹੁੰਦਾ ਜਦੋਂ ਸਾਨੂੰ ਇਹ ਗਿਆਨ ਨਹੀਂ ਹੁੰਦਾ, ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਫਿਰ ਅਸੀਂ ਦੁਖੀ ਹੁੰਦੇ ਹਾਂ। ਅਤੇ ਦੁੱਖ ਦਾ ਕਾਰਨ ਵੀ ਫਿਰ ਅਸੀਂ ਦੂਜਿਆਂ ਨੂੰ ਮੰਨਦੇ ਹਾਂ, ਫਿਰ ਅਸੀਂ ਦੂਸਰਿਆਂ ਨੂੰ ਦੋਸ਼ ਦਿੰਦੇ ਵੀ ਅਸੀਂ ਫਲਾਣੇ ਕਰਕੇ ਦੁਖੀ ਹਾਂ। ਉਹ ਦੋਸ਼ ਅਸੀਂ ਉਹਨੂੰ ਦਿੰਦੇ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨੂੰ ਦੋਸ਼ ਦੇਣਾ ਇਹ ਤੁਹਾਡਾ ਵਿਅਰਥ ਹੈ। ਦੋਸ਼ ਤੁਹਾਡਾ ਆਪਣਾ ਹੈ। ਜੇ ਤੁਸੀਂ ਦੁਖੀ ਹੋ ਤੁਹਾਡੇ ਅੰਦਰ, ਤੁਸੀਂ ਅੰਦਰ ਦੀ ਖੋਜ ਕਰੋ। ਤੁਸੀਂ ਤਾਂ ਦੁਖੀ ਹੋ ਕਿਉਂਕਿ ਦੁਰਮਤ ਦੀ ਅਗਨ ਤੁਹਾਨੂੰ ਅੰਦਰੋਂ ਸਾੜਦੀ ਹੈ, ਨਾ ਕਿ ਬਾਹਰੋਂ। ਇਸ ਲਈ ਮਹਾਰਾਜ ਕਹਿੰਦੇ ਵੀ ਦੋਸ਼ ਕਿਸੇ ਹੋਰ ਦਾ ਨਹੀਂ ਹੈ, ਦੋਸ਼ ਤਾਂ ਸਾਡੇ ਆਪਣਾ ਹੀ ਹੈ, ਸਾਡੇ ਮਨ ਦਾ। ਦਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਮਰ ਜਨਾ। ਜੇ ਅਸੀਂ ਕਿਸੇ ਹੋਰ ਨੂੰ ਦੋਸ਼ੀ ਮੰਨੀ ਬੈਠੇ ਵੀ ਜੇ ਮੈਂ ਦੁਖੀ ਹਾਂ ਤਾਂ ਮੈਂ ਫਲਾਣੇ ਕਰਕੇ ਦੁਖੀ, ਅਤੇ ਫਿਰ ਸਾਡਾ ਦੁੱਖ ਕਦੇ ਘਟਣਾ ਹੀ ਨਹੀਂ। ਕਿਉਂਕਿ ਦੁੱਖ ਦਾ ਕਾਰਨ ਸਾਡੇ ਅੰਦਰ ਹੈ ਅਤੇ ਅਸੀਂ ਬਾਹਰ ਮੰਨਿਆ ਹੋਇਆ, ਅਤੇ ਬਾਹਰੋਂ ਤਾਂ ਸਾਡਾ ਜਿਹੜਾ ਹੁਣ ਵਿਚਾਰ ਕਿਸੇ ਨਾਲ ਟਕਰਾਉਂਦੇ ਨੇ, ਅਸੀਂ ਉਹਨੂੰ ਦੁੱਖ ਦਾ ਕਾਰਨ ਮੰਨ ਲਿਆ। ਜਦੋਂ ਸੰਸਾਰ 'ਚੋਂ ਨਹੀਂ ਰਹੇਗਾ ਫਿਰ ਸਾਡਾ ਦੁੱਖ ਦਾ ਕਾਰਨ ਅਸੀਂ ਕਿਸੇ ਹੋਰ ਨੂੰ ਮੰਨ ਲਾਂਗੇ, ਕਿਉਂਕਿ ਉਹ ਤਾਂ ਫਿਰ ਬਦਲਦਾ ਰਹਿਣਾ। ਜਿਵੇਂ ਹੁਣ ਇੱਕ ਥਾਂ ਤੋਂ ਜੀਵ ਦੂਜੇ ਥਾਂ 'ਤੇ ਚਲਾ ਜਾਵੇ ਛੱਡ ਕੇ, ਉਹ ਦੁੱਖ ਤਾਂ ਨਾਲ ਹੀ ਚਲਾ ਜਾਂਦਾ ਉਹਦੇ, ਕਿਉਂਕਿ ਦੁੱਖ ਤਾਂ ਅੰਦਰ ਹੈ। ਆਪਾਂ ਹੀ ਦੇਸ਼ ਨੂੰ ਛੱਡ ਕੇ ਪ੍ਰਦੇਸ਼ ਚਲੇ ਜਾਈਏ ਅਤੇ ਉੱਥੇ ਜਾ ਕੇ ਕਿਹੜਾ ਅਸੀਂ ਸੁਖੀ ਹੋ ਜਾਣਾ? ਦੁੱਖ ਤਾਂ ਅਸੀਂ ਅੰਦਰੋਂ ਦੁਖੀ ਹਾਂ, ਕਿਉਂਕਿ ਦੁੱਖ ਦਾ ਕਾਰਨ ਬਾਹਰ ਨਹੀਂ ਹੈ, ਸਾਡੇ ਅੰਦਰ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੇ ਅਸੀਂ ਅੰਤਰਮੁਖੀ ਹੋ ਜਾਈਏ ਅਤੇ ਸਾਨੂੰ ਪਤਾ ਲੱਗ ਜੇ ਵੀ ਦੁੱਖ ਦਾ ਕਾਰਨ ਹੈ ਕੀ ਹੈ ਸਾਡੇ ਅੰਦਰ, ਕਿਉਂ ਦੁਖੀ ਹਾਂ ਅਸੀਂ। ਜੇ ਦੁੱਖ ਦਾ ਕਾਰਨ ਲੱਭ ਜੇ ਤਾਂ ਫਿਰ ਉਹਦਾ ਇਲਾਜ ਵੀ ਹੋ ਜਾਂਦਾ। ਜਿਵੇਂ ਆਪਾਂ ਦੇਖਦੇ ਹਾਂ ਨਾ, ਡਾਕਟਰਾਂ ਪਾਸ ਜਾਂਦੇ, ਜੇ ਤਾਂ ਬਿਮਾਰੀ ਦਾ ਪਤਾ ਲੱਗ ਜੇ ਅਤੇ ਉਹਦਾ ਦਾਰੂ ਵੀ ਮਿਲ ਜਾਂਦਾ। ਕਈ ਵਾਰੀ ਸਾਨੂੰ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ, ਉਹ ਅਸੀਂ ਦਵਾਈ ਹੋਰ ਲਈ ਜਾਂਦੇ ਹਾਂ, ਬਿਮਾਰੀ ਕੋਈ ਹੋਰ ਹੁੰਦੀ ਹੈ। ਉਹ ਇਸੇ ਤਰ੍ਹਾਂ ਹੀ ਇਹ ਹੈ ਵੀ ਅਸੀਂ ਦਾਰੂ ਕੁਝ ਹੋਰ ਲਈ ਜਾਂਦੇ ਹਾਂ, ਬਾਹਰੋਂ ਆਪਾਂ ਕਰੀ ਜਾਂਦੇ ਹਾਂ ਸੰਸਾਰ ਦੀ, ਅਤੇ ਉਹ ਦੁੱਖ ਰੋਗ ਸਾਡੇ ਅੰਦਰ ਹੈ, ਸਾਡੇ ਮਨ ਦਾ। ਇਸ ਲਈ ਅਸੀਂ ਦੁੱਖ ਦਾ ਕਾਰਨ ਵੀ ਬਾਹਰ ਮੰਨਿਆ ਹੋਇਆ, ਕਿਸੇ ਹੋਰ ਨੂੰ ਮੰਨਿਆ ਹੋਇਆ। ਅਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਜੇ ਦੁਖੀ ਹੋ ਅਤੇ ਉਹਦਾ ਕਾਰਨ ਗੁਰੂ ਨਾਨਕ ਦਾ ਘਰ ਸਾਨੂੰ ਇਹ ਦੱਸਦਾ ਵੀ ਅਸੀਂ ਗੁਰੂ ਦੀ ਮੱਤ ਨਹੀਂ ਲਈ, ਅਸੀਂ ਤਾਂ ਦੁਖੀ। ਜੇ ਅਸੀਂ ਗੁਰੂ ਦੀ ਮੱਤ ਲੈ ਲਈਏ ਤਾਂ ਦੁੱਖ ਤਾਂ ਉੱਦਾਂ ਹੀ ਸਾਡੇ ਲਾਗੇ ਨਹੀਂ ਆਉਂਦਾ। ਜਿਹੜਾ ਇੱਕ ਗੁਰਸਿੱਖ ਹੈ ਉਹਦਾ ਮਨ ਕਦੇ ਦੁਖੀ ਨਹੀਂ ਹੋ ਸਕਦਾ, ਉਹਦਾ ਮਨ ਕਦੇ ਅਸ਼ਾਂਤ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦੀ ਮੱਤ ਲੈ ਕੇ ਚੱਲ ਰਿਹਾ। ਉਹਦੇ ਮਨ ਨੇ ਤਾਂ ਸਦਾ ਆਨੰਦ 'ਚ ਰਹਿਣਾ, ਉਹਨੇ ਚੜ੍ਹਦੀ ਕਲਾ 'ਚ ਰਹਿਣਾ, ਉਹਨੇ ਸਦਾ ਸੁਖੀ ਰਹਿਣਾ। ਸੁਖੀ ਉਹ ਤਾਂਹੀਓ ਰਹੇਗਾ ਕਿਉਂਕਿ ਉਹ ਘਰੇ ਬੈਠਾ, ਨਿੱਜ ਮਹਿਲ 'ਚ ਬੈਠਾ। ਜਿਹੜਾ ਗੁਰਸਿੱਖ ਹੈ ਉਹ ਫਿਰ ਘਰ 'ਚ ਬੈਠਾ, ਉਹ ਤਾਂ ਸੁਖੀ ਹੈ। ਅਤੇ ਜਿਹੜਾ ਮਨਮੁਖ ਹੈ ਉਹਨੂੰ ਫਿਰ ਘਰ ਦਾ ਪਤਾ ਹੀ ਨਹੀਂ, ਉਹ ਫਿਰ ਘਰ ਤੋਂ ਬਾਹਰ ਹੈ ਅਤੇ ਉਹ ਤਾਂ ਦੁਖੀ ਹੈ।
इस वास्ते फिर महाराज कहते भी जे सुख लेना है तुसी ये दुखों के घर में छड्ड के तुसी आपदे घर आ जाओ। दुख पर हर सुख घर ले जाए। हुण अपने घर जाने वास्ते सानू सिमरन करना पैना। गल्लां बातां नाल तां असीं घर जा नहीं सकते। जे असीं आखीए भी साडा वाहिगुरू नाल मिलाप हो जे तो गल्लां नाल नहीं हुंदा। महाराज कहंदे मत जान सै गल्ली पाया, मान की माती रूप की शोभा इत विधि जन्म गवाया। भी ये ना जान भी गल्लां नाल मिल गया, गल्लां नाल नहीं मिलता। उहदे वास्ते कमाई करनी पैंदी। गल्लां नाल तां सानूं ये ज्ञान नहीं मिलता। परमात्मा दा बात दी गल है। महाराज कहंदे ज्ञान ना गल्ली ढूंढीए, कथना करड़ा सार। गल्लां नाल तां ज्ञान भी नहीं मिलता। इस वास्ते फिर ये लिए सानू सिमरन करना पैंदा, गुरु का वचन मनना पैंदा। आओ जो सानू वचन कहते सिमरन करना, आप इन्हां दा वचन मन्नीए ताकि साडा जिहड़ा मन सुता होया जागे। तो जदों ये जागेगा फिर ही गुरबाणी गुरु नूं मन्नेगा, फिर ही हुक्म मन्नेगा। जब तक सुता सुता नहीं गुरबाणी नूं मनदा है। हुण किवें साडे मन ने जागना, जो महाराज फरमाउंदे सिमर 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 गुर अपना सोया मन जगाई। आओ सारे गुरमुख प्यारे करो जी शुरू। वाहिगुरू 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 वाहिगुरू
का खालसा वाहिगुरु जी की फतेह। इस तरीके दे नाल गुरमुख प्यारे जदों आपां ये लगातार निरंतर सिमरन करते हैं, फिर अपना मन सुता होया ये जागत अवस्था च आउंदा है। फिर जदों ये जागेगा फिर आपां गुरबाणी गुरु नूं पढ़ांगे, फिर सानूं समझ लगेगी भी सानूं की उपदेश करते हैं, की सानूं समझा रहे हैं। नहीं तो जब तक असीं सिमरन नहीं करते, वो गुरबाणी नूं भी पढ़ते हुए साडा जिहड़ा मन है वो मन सुता रहिंदा विचारां चों, मन टिकदा नहीं। जिन्हें खोजना हुंदा, जिन्हें सहज विच जाना, घर जाना, वो तो सुता पिया। सारी गुरबाणी गुरु विच अमृत है। महाराज फरमाउंदे बाणी गुरु, गुरु है बाणी, विच बाणी अमृत सारी। हुण ये अमृतमई गुरबाणी गुरु दुबारा असीं मन नूं धोना सी, पर वो मन तो बाहर भज गए। जिवें बच्चे नूं माँ प्यो इशनान कराउण लगन, वो बांह छड़ा के बाहर भजे तो असीं उदां ही पानी डोली चली। जिन्हों नहाउणा सी, जिहदा इशनान कराउणा सी, वो तो बाहर भज गए। इस तरह ही हुण असीं मन नूं धोना है, मन दे उत्ते मैल लगदी है, ते मन नूं समझाउण वास्ते ही सारी गुरबाणी गुरु है। महाराज कहंदे मन समझावण कारने कछुक पढ़िए ज्ञान। ते मन नूं ही फिर समझाउण वास्ते सिमरन है, मन नूं जगाउण वास्ते सिमरन है। इसलिए हुण आपां इह वध तों वध सिमरन अभ्यास करना, बहिंदे उठदे काम कार करदे। महाराज फरमाउंदे सदा सदा सिमर दिन रात, उठत बैठत सास गिरास। बई सदा ही ते आवो, सास गिरास ते आवो। वध तो वध आपां गुरबाणी गुरु नूं पढ़ के विचारना, खोजना, ताकि साडा मन पासे ना जावे। सही दे विच मन करके असीं गुरबाणी गुरु नूं पढ़ना, नहीं तो साडी आत्मा बाणी पढ़दी, वो मन बाहर भज जांदा। जदों असीं मन करके पढ़ांगे तो जदों मन पासे जाण लगे गुरबाणी उत्थे ही रुक जाएगी, सानूं पता लग जाना मन पासे चला गया। इस तरह जदों असीं मन करके सिमरन करते हैं, जदों मन पासे जाएगा साडा सिमरन रुक जाएगा। जे हुण असीं आत्मा करके, आत्मा तो सिमरन करी जाएगी, वो मन ने बाहर भज जाना। जां आत्मा बाणी पढ़ी जाती, वो मन बाहर भज जाता, वो बाणी चली जाती। मन उदों आउंदा जदों नितनेम की समाप्ति होण लगदी, तो वो पता भी नहीं लगता भी किहड़े वेले पाठ हो गया, क्योंकि वो मन तो हाजिर ही नहीं, आत्मा ने बाणी पढ़ी। तो इस करके आपां नूं कहिंदे भी मन करके, भी मन करके असीं परमात्मा दे गुण गाउने। इस वास्ते फिर जदों असीं खोजी बन के चलांगे, खोज करांगे, तो साडा मन पासे जाएगा, तो सानूं उदों ही पता लग जाएगा। इस वास्ते आपां वध तों वध गुरबाणी गुरु नूं पढ़ के विचारना, खोजना, अते वध तों वध आपां सत्संगत करनी। जिन्नी आपां सत्संगत करते हैं, वार वार शब्द की विचार सुनते हैं, करते हैं, ये सानूं ज्ञान दृढ़ होंदा। फिर सानूं गुरबाणी गुरु की समझ लगती भी सानूं की कह रहे हैं। जदों आपां सत्संगत करांगे, तो जब तक सत्संगत नहीं करते सानूं समझ नहीं आउंदी। बाकी ये जो सारा भेद गुरबाणी गुरु द्वारा आपां नूं दिता गुरमुख जनां ने, भाई साहब भाई सेवा सिंह जी धर्माला, ये जो साडे सारिਆਂ दे जीवन का मनोरथ परमात्मा निरंकार वाहिगुरू नूं मिलना, किवें असीं मिल सकते हैं, किवें असीं परमात्मा तो विछड़े, जो सानूं गुरबाणी गुरु विच परमात्मा नूं मिलाप दा रस्ता दस्सिया, उहिओ आपां नूं गुरमुखां ने बड़ा सौखा करके सरल अर्थां 'च समझाया है। तो उसे ज्ञान नूं आपां अगे दृढ़ करते हैं भी ताकि साडे हिरदे 'च वस जे, साडे मन विच वस जे, तो आप आपदे जीवन का लाहा कट के वापस जाइए। सो इन्नियां बेनतियां, इन्ने विचार करदियां होए जे कोई ऐसा शब्द बोलिया गया होवे, संगत अते सतगुरु बख्शण जोग ने बख्श लेना जी। वाहिगुरू जी का खालसा, वाहिगुरू जी की फतेह। वाहिगुरू
ਵਾਹਿਗੁਰੂ।